ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ ਸਿਰ ਸ਼ਾਹ ਪਾਤਸ਼ਾਹੋ ਨਿਹਚਲ ਚੌਰ ਛੱਤ ਪੌੜੀ ਵੜੇ ਵੜਾ ਪਾਰ ਤੇਰਾ ਮਰਤਬਾ ਰੰਗ ਪ੍ਰੰਗ ਨੇ ਜਪ ਕਰਤਬਾ ਜੀ ਅੰਦਰ ਜਿਉ ਸਭ ਜਾਣ ਲਾ ਸਭ ਤੇਰੇ ਵਸ ਤੇਰੇ ਘਰ ਭਲਾ ਤੇਰੇ ਘਰ ਆਨੰਦ ਦਾਈ ਤੁਧ ਘਰ ਮਾਨ ਮਤ ਤੇ ਜਪਿਆ ਆਪ ਜਨ ਸਰਬ ਕਲਾ ਭਰਪੂਰ ਦੀ ਸਹਿਜਤ ਕਰਤਾ ਨਾਨਕ ਦਾਸਨ ਦਾ ਸੁਧ ਆਗੇ ਬਿਨਵਤਾ ਤੇਰਾ ਜੀ ਤੇਰਾ ਨਾਮ ਸਤ ਹੈ ਸ਼੍ਰੀ ਵਾਹਿਗੁਰੂ। ਪੌੜੀ ਵੱਡੀ ਵੱਡਾ ਪਾਰ ਤੇਰਾ ਮਰਤਬਾ ਰੰਗ ਪ੍ਰੰਗ ਨੇਕ ਨ ਜਪਨ ਕਰਤਬਾ ਜੀਆਂ ਅੰਦਰ ਜੀਓ ਸਭ ਕੇ ਜਾਨ ਲਾ ਸਭ ਕੇ ਤੇਰੇ ਵਸ ਤੇਰਾ ਕਰ ਭਲਾ ਤੇਰਾ ਕਰ ਆਨੰਦ ਵਧਾਈ ਤੁਧ ਘਰ ਮਾਣ ਮਤਾ ਤੇ ਜਪਣਾ ਆਪ ਜਰ ਸਰਬ ਕਾ ਭਰਪੂਰ ਦੀ ਸਹਿਜਤ ਕਤਾ ਨਾਨਕ ਦਾਸਨ ਦਾ ਤੁਧ ਆਗੇ ਬਿਨਵਤਾ। ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੋਇ ਦਾਈ ਦਾਇਆ ਖੇਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹੈ ਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਤੇ ਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੋਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਨਾਨਕ ਪਾਦ ਪੰਕਜ ਬੰਧਨ ਪਾਦ ਪੰਕਜ ਬੰਧਨ ਸਿਮਰੋ ਅੰਗਦ ਦੋਖ ਨਿਕੰਦਨ ਅਮਰਦਾਸ ਹਿਰਦੈ ਹਿਰਦੈ ਨਿਤ ਧਿਆਵੋ ਸ੍ਰੀ ਗੁਰੂ ਰਾਮਦਾਸ ਗੁਣ ਗਾਵੋ ਸ੍ਰੀ ਅਰਜਨ ਬੇਗਨਨ ਕੇ ਨਾਸਕ ਬੇਗਨਨ ਕੇ ਨਾਸਕ ਹਰ ਗੋਬਿੰਦ ਸੁਭ ਸੁਮਤ ਪ੍ਰਕਾਸ਼ ਕੋ ਸ੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਸ੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਬੇਸਾਲਾ ਤਾਰੋ ਤਰਾ ਤਾਰ ਪੁੰਨ ਪੁੰਨ ਸੀਸਾ ਜੀ ਪੁੰਨ ਪੁੰਨ ਸੀਸਾ
ਬੰਦੋਂ ਬਾਰ ਬਾਰ ਜਗਦੀਸਾ ਜਿਸਮੈ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਤ ਬੰਦੋਂ ਕਰ ਅਨੁਰਾਗ ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਵਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਚੌਪਈ ਮਰਦਾਨੇ ਸੋ ਗਿਰਾ ਅਲਾਈ ਕੀਓ ਯਾਦ ਪਗਨੀ ਮੁਝ ਤਾਈ ਚਲ ਸੁਲਤਾਨਪੁਰੇ ਸੁਧ ਲੀਜੈ ਬੀਬੀ ਜੀ ਕੀ ਖੁਸ਼ੀ ਕਰੀਜੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਕੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ, ਆਪ ਜੀ ਬੜ ਭਾਗੀ ਹੋ ਜੋ ਵੈਰਾਗ ਤਿਆਗ ਤੇ ਅਨੁਰਾਗ ਦੀ ਮੂਰਤ ਤਿਲਕ ਜੰਜੂ ਦੇ ਰਾਖੇ ਧਰਮ ਤੁਜ ਜਗਤ ਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ 9ਵੇਂ ਸਵਰੂਪ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਪਾਵਨ ਪਵਿੱਤਰ ਮਹਾਨ ਅਸਥਾਨ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਵਿਖੇ ਹਾਜ਼ਰਾ ਹਜ਼ੂਰ ਜ਼ਾਹਰਾ ਜ਼ਹੂਰ ਨਿਰਮਲ ਗਿਆਨ ਦੇ ਸਾਗਰ ਜਗਤ ਦੇ ਗੁਰੂ ਜੁਗੋ ਜੁਗਾ ਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਕ ਪਵਿੱਤਰ ਰੂਹਾਨੀ ਗੋਦ ਦੇ ਅੰਦਰ ਜੁੜ ਬੈਠ ਕਰਕੇ ਆਪਣੇ ਅਮੋਲਕ ਜੀਵਨ ਨੂੰ ਸੁਹੇਲਾ ਕਰ ਰਹੇ ਹੋ। ਸਤਿਗੁਰਾਂ ਦੀ ਦਇਆ ਦ੍ਰਿਸ਼ਟੀ ਦੇ ਨਾਲ ਮਡਭਾਗੀ ਗੁਰਸਿੱਖਾਂ ਨੇ ਗੁਰੂ ਘਰ ਦੇ ਕੀਰਤਨੀਏ ਗੁਰਸਿੱਖਾਂ ਪਾਸੋਂ ਬੜੇ ਹੀ ਅਦਬ ਸਤਿਕਾਰ ਦੇ ਨਾਲ ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਏ ਲਾਏ ਧਿਆਨਾਂ ਦੇ ਮਹਾਵਾਕਾਂ ਅਨੁਸਾਰ ਮਨੋਹਰ ਕੀਰਤਨ ਸਰਵਣ ਕਰ ਰਹੇ ਸੀ। ਆਓ ਜੀ ਉੱਥੇ ਕੁਝ ਸਮੇਂ ਲਈ ਹਰ ਰੋਜ਼ ਦੇ ਨੇਮ ਦੇ ਅਨੁਸਾਰ ਚੱਲ ਰਹੀ ਲੜੀਵਾਰ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਵਿੱਚੋਂ ਇਤਿਹਾਸ ਦੀ ਕਥਾ ਦੇ ਨਾਲ ਜੁੜੀਏ। ਕੱਲ ਤੱਕ ਇਤਿਹਾਸ ਆਪ ਜੀ ਨੇ ਸਰਵਣ ਕੀਤਾ ਸੀ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਪ੍ਰਚਾਰਕ ਦੌਰੇ ਕਰਦੇ ਹੋਏ ਜਗਤ ਜਲੰਦੇ ਨੂੰ ਠਾਰਦੇ ਹੋਏ ਗਰੀਬ ਨਵਾਜ਼ ਸਤਿਗੁਰੂ ਜੀ ਲਾਹੌਰ ਦੀ ਧਰਤੀ ਤੇ ਦੁਨੀ ਚੰਦ ਦੇ ਕੋਲ ਪਹੁੰਚਦੇ ਨੇ, ਜਿਨੇ ਬਹੁਤ ਜ਼ਿਆਦਾ ਮਾਇਆ ਇਕੱਤਰ ਕੀਤੀ ਹੈ। ਜਦੋਂ ਮਨੁੱਖ ਗੂੜੀ ਨੀਂਦ ਦੇ ਵਿੱਚ ਸੁੱਤਾ ਪਿਆ ਹੋਵੇ ਨਾ, ਉਹਨੂੰ ਜਗਾਉਣ ਦੇ ਲਈ ਕੋਈ ਨਾ ਕੋਈ ਜੁਗਤੀ ਅਪਣਾਉਣੀ ਪੈਂਦੀ ਹੈ। ਉਹ ਜੁਗਤੀ ਦੇ ਨਾਲ ਹੀ ਜਾਗਦੇ ਨੇ। ਇੱਕ ਨੀਂਦ ਹੈ ਸਾਡੀ ਜੋ ਅਸੀਂ ਹਰ ਰੋਜ਼ ਜ਼ਿੰਦਗੀ ਦੇ ਵਿੱਚ ਲੈਂਦੇ ਹਾਂ। 5-7 ਘੰਟੇ ਸਾਡੇ ਬੋਡੀ ਨੂੰ ਆਰਾਮ ਦੀ ਜ਼ਰੂਰਤ ਹੁੰਦੀ ਹੈ। ਅਸੀਂ ਉਹ ਨੀਂਦ ਦੇ ਰਾਹੀਂ
ਜੋ ਥਕਾਵਟ ਹੈ ਉਹਨੂੰ ਦੂਰ ਕਰਦੇ ਹਾਂ। ਪਰ ਇੱਕ ਨੀਂਦ ਹੈ, ਅੱਖਾਂ ਮਨੁੱਖ ਦੀਆਂ ਖੁੱਲੀਆਂ ਨੇ, ਉਹ ਗਾਫਲਤਾ ਦੀ ਨੀਂਦ, ਮਾਇਆ ਮਦ ਦੀ ਨੀਂਦ ਹੈ। ਮਾਇਆ ਮਦ ਦੇ ਵਿੱਚ ਦੁਨੀ ਚੰਦ ਗਲਤਾਨ ਹੈ। ਗਰੀਬ ਨਿਵਾਜ ਸਾਹਿਬ ਜੀ ਨੇ ਵੇਖਿਆ ਕਿ ਇਹ ਤਾਂ ਬਹੁਤ ਜ਼ਿਆਦਾ ਇਸ ਮਾਇਆ ਦੇ ਵਿੱਚ ਘੂਕ ਸੁੱਤਾ ਪਿਆ ਹੈ, ਇਹਨੂੰ ਕਿਵੇਂ ਜਗਾਈਏ। ਜੇ ਸਿੱਧੇ ਤੌਰ ਤੇ ਕਿਹਾ ਤੂੰ ਬੜੀ ਮਾਇਆ ਇਕੱਠੀ ਕੀਤੀ ਹੈ, ਤੇਰੇ ਸਾਥ ਨਹੀਂ ਜਾਣੀ, ਤੇ ਇਹਨੇ ਸਮਝਣਾ ਕੋਈ ਨਹੀਂ ਹੈ। ਗਰੀਬ ਨਿਵਾਜ ਸਾਹਿਬ ਜੀ ਨੇ ਦੁਨੀ ਚੰਦ ਨੂੰ ਇੱਕ ਸੂਈ ਦਿੱਤੀ। ਸੂਈ ਦੋ ਕੰਮ ਕਰਦੀ ਹੈ। ਇੱਕ ਤਾਂ ਜੋ ਗੂੜੀ ਨੀਂਦ ਦੇ ਵਿੱਚ ਸੁੱਤਾ ਪਿਆ ਹੋਵੇ ਉਹਦੇ ਝਬੋ ਦੇਵੋ ਤੇ ਜਾਗ ਪੈਂਦੀ ਹੈ। ਦੂਸਰਾ ਇਹ ਸੂਈ ਕੰਮ ਕਰਦੀ ਆ, ਕੋਈ ਟੁੱਟਿਆ ਹੋਵੇ, ਕੋਈ ਫਟਿਆ ਹੋਵੇ ਤੇ ਉਹ ਫਟੇ ਹੋਏ ਨੂੰ ਗੰਢਣ ਦਾ ਕੰਮ ਕਰਦੀ ਹੈ, ਉਹਨੂੰ ਜੋੜਨ ਦਾ ਕੰਮ ਕਰਦੀ ਹੈ। ਗਰੀਬ ਨਿਵਾਜ ਸਾਹਿਬ ਜੀ ਨੇ ਇਸ ਦੁਨੀ ਚੰਦ ਨੂੰ ਸੂਈ ਦਿੱਤੀ। ਕਹਿਣ ਲੱਗੇ ਤੇਰੇ ਕੋਲੋਂ ਅਸੀਂ ਅੱਗੇ ਦਰਗਾਹ ਦੇ ਵਿੱਚ ਲਵਾਂਗੇ। ਦੁਨੀ ਚੰਦ ਉਹ ਸੂਈ ਲੈ ਕਰਕੇ ਘਰ ਗਿਆ। ਘਰ ਵਾਲੀ ਨੂੰ ਕਿਹਾ ਕਿ ਸੂਈ ਨੂੰ ਸੰਭਾਲ ਕਰਕੇ ਰੱਖੋ, ਮੈਨੂੰ ਮਹਾਂਪੁਰਖਾਂ ਨੇ ਦਿੱਤੀ ਹੈ, ਉਹਨਾਂ ਨੇ ਅੱਗੇ ਦਰਗਾਹ ਦੇ ਵਿੱਚ ਇਹ ਸੂਈ ਲੈਣੀ ਹੈ। ਘਰ ਵਾਲੀ ਬੜੀ ਦਾਨੀ ਹੈ, ਬੜੀ ਸਿਆਣੀ ਹੈ, ਤੇ ਕਹਿਣ ਲੱਗੀ ਅੰਤ ਸਮੇਂ ਤਾਂ ਇਹ ਤਨ ਨੇ ਵੀ ਨਾਲ ਨਹੀਂ ਜਾਣਾ, ਇਹ ਵੀ ਇੱਥੇ ਸੜ ਵਲ ਕਰਕੇ ਸੁਆਹ ਹੋ ਜਾਏਗਾ। ਬੜਾ ਕੁਝ ਕਿਹਾ। ਅਖੀਰ ਦੁਨੀ ਚੰਦ ਗਰੀਬ ਨਿਵਾਜ ਸਾਹਿਬ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਮੁਬਾਰਕ ਚਰਨਾਂ ਵਿੱਚ ਆਇਆ। ਬੇਨਤੀ ਕੀਤੀ, ਦਾਤਾ ਜੀ ਇਹ ਸੂਈ ਕਿਸੇ ਵੀ ਤਰੀਕੇ ਦੇ ਨਾਲ ਸਾਥ ਨਹੀਂ ਜਾਣੀ। ਗਰੀਬ ਨਿਵਾਜ ਸਾਹਿਬ ਜੀ ਕਹਿਣ ਲੱਗੇ ਜੇ ਇਹ ਨਿੱਕੀ ਜੀ ਸੂਈ ਤੇਰੇ ਸਾਥ ਨਹੀਂ ਜਾਣੀ ਨਾ, ਜੋ ਇਹਨੇ ਮਾਇਆ ਦੇ ਅਡੰਬਰ ਰਚੇ ਨੇ, ਇਸ ਮਾਇਆ ਨੇ ਤੇਰੇ ਨਾਲ ਕਿੱਥੇ ਜਾਣਾ ਹੈ। ਦੁਨੀ ਚੰਦ ਗਾਫਲਤਾ ਦੀ ਨੀਂਦ ਦੇ ਵਿੱਚੋਂ ਸੁਚੇਤ ਹੋਇਆ, ਜਾਗਿਆ। ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨ ਫੜੇ। ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਹਨੂੰ ਨਾਮਦਾਨ ਦਿੱਤਾ ਕਿ ਜੋ ਮਾਇਆ ਤੂੰ ਇਕੱਤਰ ਕੀਤੀ ਹੈ ਇਹ ਗਰੀਬਾਂ ਨੂੰ, ਲੋੜਵੰਦਾਂ ਨੂੰ ਦੇ, ਉਹਨਾਂ ਦੀ ਮਦਦ ਕਰ, ਨਾਮ ਰਸੀਆਂ ਦੀ ਮਦਦ ਕਰ। ਗਰੀਬ ਨਿਵਾਜ ਸਾਹਿਬ ਜੀ ਕਹਿਣ ਲੱਗੇ ਸਤ ਸੰਗਤ ਦੇ ਨਾਲ ਮਿਲਾਪ ਰੱਖਣਾ, ਸਤ ਸੰਗਤ ਕਰਿਆ ਕਰ ਤੇ ਪਰਮੇਸ਼ਰ ਦੀ ਬੰਦਗੀ ਕਰ, ਇਸ ਤਰ੍ਹਾਂ ਤੇਰਾ ਜੀਵਨ ਸੁਹੇਲਾ ਹੋਏਗਾ। ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਨਜ਼ਰੇ ਰਹਿਮਤ ਦੁਨੀ ਚੰਦ ਦੇ ਉੱਪਰ ਕੀਤੀ ਹੈ। ਦੁਨੀ ਚੰਦ ਨਿਹਾਲ ਹੋਇਆ। ਉਸ ਸਮੇਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਭਾਈ ਮਰਦਾਨਾ ਜੀ ਦੇ ਨਾਲ ਫਿਰ ਅੱਗੇ ਸੁਲਤਾਨਪੁਰ ਜਾਣ ਦੀਆਂ ਤਿਆਰੀਆਂ ਕਰਦੇ ਨੇ। ਭਾਈ ਮਰਦਾਨਾ ਜੀ ਨੂੰ ਕਹਿੰਦੇ ਨੇ ਚਲੋ ਬੇਬੇ ਜੀ ਯਾਦ ਕਰ ਰਹੇ ਨੇ। ਇੱਥੋਂ ਤੱਕ ਆਪ ਜੀ ਨੇ ਕੱਲ੍ਹ ਇਹ ਇਤਿਹਾਸ ਸਰਵਣ ਕੀਤਾ ਸੀ। ਆਓ ਅੱਗੇ ਸਰਵਣ ਕਰਦੇ ਹਾਂ। ਕਵੀ ਰਾਜ ਕਵੀ ਸੰਤੋਖ ਸਿੰਘ ਜੀ ਇਤਿਹਾਸ ਨੂੰ ਕਿਸ ਪਾਸੇ ਵੱਲ ਮੋੜਦੇ ਨੇ। ਸਤਿਕਾਰਯੋਗ ਬੇਬੇ ਨਾਨਕੀ ਜੀ ਦੇ ਕੋਲ ਜਗਤ ਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਪਹੁੰਚ ਕਰਕੇ ਕੀ ਬਚਨ ਵਿਲਾਸ ਕਰਦੇ ਨੇ, ਉਹ ਸਾਰਾ ਇਤਿਹਾਸ ਸਤਿਗੁਰਾਂ ਦੀ ਨਜ਼ਰ ਦੇ ਨਾਲ ਅੱਜ ਆਪਾਂ ਰਲ ਮਿਲ ਕਰਕੇ ਪੜ੍ਹਨਾ ਤੇ ਵਿਚਾਰਨਾ ਹੈ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਰਹਿਮਤ ਕਰਨ, ਆਪ ਸੀਸ ਤੇ ਮਿਹਰ ਭਰਿਆ ਹੱਥ ਰੱਖ ਕੇ ਆਪ ਗੁਰੂ ਗਰੀਬ ਨਿਵਾਜ ਸਾਹਿਬ ਜੀ ਵਿੱਚ ਵਰਤ ਕੇ ਉਜਲ ਵਿਚਾਰਾਂ ਦੀ ਦਾਤ ਬਖਸ਼ਿਸ਼ ਕਰਕੇ ਅੱਜ ਦੇ ਇਸ ਪਾਵਨ ਇਤਿਹਾਸ ਦੀ ਵਿਚਾਰ ਕਰਵਾ ਲੈਣ। ਆਓ ਮਨ ਵਿਰਤੀਆਂ ਨੂੰ ਇਕਾਗਰ ਕਰਦੇ ਹੋਏ ਧਿਆਨ ਗੁਰੂ ਗਰੀਬ ਨਿਵਾਜ ਸਾਹਿਬ ਜੀ ਦੇ ਚਰਨਾਂ ਵਿੱਚ ਜੋੜਦੇ ਹੋਏ ਮਨ ਦੀ
ਅਤੇ ਜਿਹਵਾ ਦੀ ਪਵਿੱਤਰਤਾ ਦੇ ਲਈ ਪਿਆਰ ਦੇ ਵਿੱਚ ਭਿੱਜ ਕਰਕੇ ਉਚਾਰਨ ਕਰੋ। ਆਖੋ ਜੀ। ਨੇਤਰਾਂ ਦੇ ਵਿੱਚੋਂ ਪ੍ਰੇਮ ਦੇ ਹੰਝੂ ਕਿਰਨ ਲੱਗ ਜਾਂਦੇ ਹਨ। ਕਰ ਪਰ ਲੈ ਸਿਰ ਕਹਿ ਹਿਤ ਬੈਨਾ। ਔਰ ਗਰੀਬ ਨਿਵਾਜ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਬੇਬੇ ਨਾਨਕੀ ਜੀ ਦੇ ਸੀਸ ਨੂੰ ਪਕੜਦੇ ਨੇ। ਜਦੋਂ ਬੇਬੇ ਨਾਨਕੀ ਜੀ ਸਤਿਗੁਰਾਂ ਦੇ ਚਰਨਾਂ ਦੇ ਉੱਪਰ ਨਮਸਕਾਰ ਕਰਦੇ ਨੇ, ਆਪ ਤੋਂ ਵੱਡੇ ਜਾਣ ਕਰਕੇ ਗਰੀਬ ਨਿਵਾਜ ਸਤਿਗੁਰੂ ਜੀ ਭੈਣ ਦਾ ਵੀ ਸਤਿਕਾਰ ਕਰਦੇ ਨੇ, ਉਹਨਾਂ ਦਾ ਸੀਸ ਪਕੜਦੇ ਨੇ। ਤੇ ਬੇਬੇ ਨਾਨਕੀ ਪਰਮੇਸ਼ਰ ਦਾ ਰੂਪ ਜਾਣ ਕਰਕੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਨਮਸਕਾਰ ਕਰਦੇ ਨੇ। ਬੈਸ ਗਏ ਮੰਚ ਪਰ ਗੁਨਿਐ ਨਾ। ਫਿਰ ਗੁਣਾ ਦੇ ਘਰ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਮੰਜੇ ਦੇ ਉੱਪਰ ਬੈਠ ਗਏ ਹਨ। ਤੈ ਛਿਨ ਚਲ ਜੈ ਰਾਮ ਤੈ ਆਵਾ। ਗਰੀਬ ਨਿਵਾਜ ਸਤਿਗੁਰੂ ਉਸ ਸਮੇਂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਕੋਲ ਭਾਈਆ ਜੈ ਰਾਮ ਜੀ ਵੀ ਆਏ ਹਨ। ਦਰਸ ਬਿਲੋਕ ਤੇ ਉਰੇ ਹਰ ਖਾਵਾ। ਜਗਤ ਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਦਰਸ਼ਨ ਕਰਕੇ ਭਾਈਆ ਜੈ ਰਾਮ ਜੀ ਬਹੁਤ ਪ੍ਰਸੰਨ ਹੁੰਦੇ ਨੇ, ਬੜੇ ਖੁਸ਼ ਹੁੰਦੇ ਹਨ। ਕਰ ਬੰਧਨ ਬੈਸਿਓ ਕਰ ਪ੍ਰੇਮਾ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਵੰਦਨਾ ਕੀਤੀ ਹੈ, ਨਮਸਕਾਰ ਕੀਤੀ ਹੈ ਤੇ ਨਮਸਕਾਰ ਕਰਕੇ ਪ੍ਰੇਮ ਦੇ ਨਾਲ ਬੈਠ ਗਏ ਹਨ। ਬੂਝ ਪਰਸ ਪਰ ਕੁਸ਼ਲੰ ਖੇਮਾ। ਪਰਸਪਰ ਵਿਚਾਰ ਕਰਦੇ ਨੇ, ਕੁਸ਼ਲ ਪ੍ਰਸੰਨਤਾ ਰਾਜੀ ਖੁਸ਼ੀ ਪੁੱਛਦੇ ਹਨ। ਬਹੁਤ ਬਰਕ ਬੀਤੇ ਬਿਨ ਦਰਸ਼ਨ। ਜਗਤ ਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਭਾਈਆ ਜੈ ਰਾਮ ਜੀ ਕਹਿਣ ਲੱਗੇ, ਬੜੇ ਸਾਲ ਹੋ ਗਏ ਨੇ ਤੁਹਾਡੇ ਦੀਦਾਰ ਨਹੀਂ ਹੋਏ, ਬਹੁਤ ਵਰਖ ਬੀਤ ਗਏ ਹਨ। ਇਉਂ ਕਹਿ ਭਗਨੀ ਗੀਰ ਤੇ ਆਸੁਨ।
ਇਸ ਤਰ੍ਹਾਂ ਬੇਬੇ ਨਾਨਕੀ ਜੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਨਾਲ ਭਾਈਆ ਜੈ ਰਾਮ ਜੀ ਵੀ ਬਚਨ ਵਿਲਾਸ ਕਰਦੇ ਨੇ। ਪ੍ਰੇਮ ਦੇ ਹੰਝੂ ਨੇਤਰਾਂ ਦੇ ਵਿੱਚੋਂ ਵਹਿ ਤੁਰਦੇ ਹਨ। ਹਮੇ ਵਿਸਾਰ ਦਿਓ ਨਿਜ ਮਨ ਤੇ। ਬੜੇ ਹੀ ਪ੍ਰੇਮ ਦੇ ਨਾਲ ਬੇਬੇ ਨਾਨਕੀ ਜੀ ਭਾਈਆ ਜੈ ਰਾਮ ਜੀ ਜਗਤ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਬੇਨਤੀ ਕਰਦੇ ਨੇ, ਤੁਸੀਂ ਸਾਨੂੰ ਆਪਣੇ ਮਨ ਤੋਂ ਵਿਸਾਰ ਦਿੱਤਾ ਹੈ, ਸਾਨੂੰ ਭੁਲਾ ਦਿੱਤਾ ਹੈ, ਔਰ ਕਦੇ ਤੁਹਾਨੂੰ ਯਾਦ ਹੀ ਨਹੀਂ ਆਈ ਸਾਡੀ। ਇਸ ਤਰ੍ਹਾਂ ਗਰੀਬ ਨਵਾਜ਼ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਨਾਲ ਸਤਿਕਾਰਯੋਗ ਬੇਬੇ ਨਾਨਕੀ ਜੀ ਬਚਨ ਕਰ ਰਹੇ ਹਨ। ਹਰਖ ਹੋਤ ਰਾਵਰ ਦਰਸ਼ਨ ਤੇ। ਗਰੀਬ ਨਵਾਜ਼ ਸਾਹਿਬ ਜੀਓ, ਤੁਹਾਡੇ ਦਰਸ਼ਨ ਅੱਜ ਪ੍ਰਾਪਤ ਹੋਏ ਨੇ। ਹਿਰਦੇ ਦੇ ਅੰਦਰ ਬੜਾ ਹੀ ਆਨੰਦ ਪੈਦਾ ਹੋਇਆ ਹੈ, ਬਹੁਤ ਖੁਸ਼ੀ ਅੰਦਰ ਚੱਲੀ ਹੈ। ਹਾਥ ਬੰਦ ਬੋਲਿਓ ਜੈ ਰਾਮਾ। ਅੰਦਰ ਬੜਾ ਖੁਸ਼ ਹੋਇਆ ਹੈ। ਭਾਈਆ ਜੈ ਰਾਮ ਜੀ ਵੀ ਹੱਥ ਜੋੜ ਕਰਕੇ ਬੇਨਤੀ ਕਰ ਰਹੇ ਹਨ, ਕਰੁਣਾ ਕਰੋ ਰਹੋ ਅਬ ਤਾਮਾ। ਆਪ ਕਿਰਪਾ ਕਰੋ, ਮਿਹਰ ਕਰੋ, ਦਇਆ ਦ੍ਰਿਸ਼ਟੀ ਕਰੋ, ਮੇਰੇ ਘਰ ਰਹਿਣਾ ਕਰੋ। ਬੈਸੀ ਸਿਮਰੋ ਸਦਾ ਗੋਬਿੰਦੰ। ਤੁਸੀਂ ਇੱਥੇ ਬੈਠ ਕਰਕੇ ਸਦਾ ਅਕਾਲ ਪੁਰਖ ਵਾਹਿਗੁਰੂ ਦੀ ਬੰਦਗੀ ਕਰੋ, ਪਰਮੇਸ਼ਰ ਨੂੰ ਸਿਮਰੋ, ਨਿਰੰਕਾਰ ਦੀ ਆਰਾਧਨਾ ਕਰੋ। ਹਮਕੋ ਦੇਵਤ ਰਹੋ ਆਨੰਦੰ। ਸਦਾ ਹੀ ਸਾਨੂੰ ਆਨੰਦ ਦਿੰਦੇ ਰਹੋ, ਸਦਾ ਸਾਡਾ ਹਿਰਦਾ ਪ੍ਰਸੰਨ ਹੁੰਦਾ ਰਵੇ। ਸ੍ਰੀ ਚੰਦ ਬਾਹਰ ਤੇ ਆਇਓ। ਇਨ ਸਮੇਂ ਦੇ ਅੰਦਰ ਹੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਵੱਡੇ ਫਰਜ਼ੰਦ ਬਾਬਾ ਸ੍ਰੀ ਚੰਦ ਜੀ ਆਏ ਹਨ। ਨਮਸਕਾਰ ਕਰ ਉਰੇ ਰਖਾਇਓ। ਬਾਬਾ ਸ੍ਰੀ ਚੰਦ ਜੀ ਨੇ ਜਗਤ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਨਮਸਕਾਰ ਕੀਤੀ। ਨਮਸਕਾਰ ਕਰਕੇ ਬਹੁਤ ਪ੍ਰਸੰਨ ਹੋਏ ਹਨ। ਐਸੀ ਮਿਲ ਕੇ ਸਰਬ ਸਮੀਪਾ। ਸਾਰਿਆਂ ਨੂੰ ਮਿਲ ਕਰਕੇ ਕੋਲ ਬੈਠ ਗਏ ਹਨ। ਬਚਨ ਪਨੇ ਬੇਦੀ ਕੁਲ ਦੀਪਾ। ਬੇਦੀ ਕੁਲ ਦੇ ਦੀਪਕ ਜਗਤ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬਚਨ ਕੀਤੇ ਹਨ। ਦੇਸ਼ ਵਿਦੇਸ਼ਨ ਦੇਖਨ ਹੇਤਾ। ਅਸੀਂ ਦੇਸਾਂ ਵਿਦੇਸਾਂ ਦਾ ਰਟਨ ਕਰ ਰਹੇ ਹਾਂ, ਦੇਸਾਂ ਵਿਦੇਸਾਂ ਦੀ ਧਰਤੀ ਨੂੰ ਵੇਖ ਰਹੇ ਹਾਂ, ਉੱਥੋਂ ਦੇ ਜੀਵਾਂ ਨੂੰ ਵੇਖ ਰਹੇ ਹਾਂ, ਉੱਥੋਂ ਦੇ ਕਲਚਰ ਨੂੰ ਵੇਖ ਰਹੇ ਹਾਂ। ਇਸ ਤਰ੍ਹਾਂ ਗਰੀਬ ਨਵਾਜ਼ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਬਚਨ ਕਰ ਰਹੇ ਹਨ। ਜਾਂ ਤੇ ਰਿਓ ਨ ਜਾਤ ਨਿਕੇਤਾ। ਇਸ ਲਈ ਅਸੀਂ ਜਾਂ ਤੇ ਰਹਿਓ ਨਾ ਜਾਤ ਨਕੇਤਾ, ਘਰ ਦੇ ਵਿੱਚ ਸਾਡੇ ਕੋਲੋਂ ਰਿਹਾ ਨਹੀਂ ਜਾਂਦਾ। ਜਬ ਸਿਮਰਨ ਕਰੋ ਤੁਮ ਮੇਰਾ। ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਸਤਿਕਾਰਯੋਗ ਬੇਬੇ ਨਾਨਕੀ ਜੀ ਨੂੰ ਕਹਿਣ ਲੱਗੇ, ਭੈਣ ਜੀ ਜਦੋਂ ਵੀ ਤੁਸੀਂ ਯਾਦ ਕਰੋਗੇ, ਸਿਮਰਨ ਦਾ ਅਰਥ ਹੈ ਯਾਦ ਕਰਨਾ, ਚੇਤੇ ਕਰਨਾ। ਜਦੋਂ ਤੁਸੀਂ ਮੇਰਾ ਸਿਮਰਨ ਕਰੋਗੇ, ਯਾਦ ਕਰੋਗੇ, ਪਰਮਾਤਮਾ ਨੂੰ ਯਾਦ ਕਰਨਾ, ਉਹਨੂੰ ਚੇਤੇ ਵਿੱਚ ਰੱਖਣਾ, ਉਹਨੂੰ ਸਿਮਰਤੀ ਵਿੱਚ ਰੱਖਣਾ ਹੈ। ਪਰ ਅਸੀਂ ਪਰਮਾਤਮਾ ਨੂੰ ਕਦੇ ਯਾਦ ਨਹੀਂ ਕਰਦੇ, ਸਿਮਰਤੀ ਵਿੱਚ ਰਹਿੰਦਾ ਹੀ ਕੋਈ ਨਹੀਂ ਹੈ। ਜਿਹਨੂੰ ਯਾਦ ਕਰਦੇ ਆ ਨਾ, ਉਹ ਯਾਦ ਨਹੀਂ ਆਉਂਦਾ, ਉਹ ਚੇਤੇ ਵਿੱਚ ਨਹੀਂ ਆਉਂਦਾ। ਜਿਹਨੂੰ ਯਾਦ ਨਹੀਂ ਕਰਦੇ, ਜਿਹਨੂੰ ਸਿਮਰਦੇ ਨਹੀਂ, ਉਹ ਚੇਤੇ ਵਿੱਚ ਆ ਜਾਂਦੇ ਨੇ, ਉਹ ਸਿਮਰਤੀ ਵਿੱਚ ਆ ਜਾਂਦੇ ਨੇ। ਕਦੇ ਵੀ ਅਸੀਂ ਚੌਂਕੜੇ ਮਾਰ ਕਰਕੇ ਘੰਟਿਆਂ ਬੱਧੀ ਆਪਣੇ ਕੁਟੁੰਬ ਦਾ, ਆਪਣੇ ਪਰਿਵਾਰ ਦਾ, ਆਪਣੇ ਧੀਆਂ ਪੁੱਤਰਾਂ ਦਾ, ਰਿਸ਼ਤੇਦਾਰਾਂ ਦਾ ਸਿਮਰਨ ਨਹੀਂ ਕੀਤਾ। ਕਦੇ ਅਸੀਂ ਉਹਨਾਂ ਨੂੰ ਯਾਦ ਨਹੀਂ ਕੀਤਾ। ਅਕਾਲ ਪੁਰਖ ਵਾਹਿਗੁਰੂ ਨੂੰ ਅਸੀਂ ਘੰਟਿਆਂ ਬੱਧੀ ਚੌਂਕੜੇ ਮਾਰ ਕਰਕੇ ਯਾਦ ਕਰਦੇ ਹਾਂ। ਵਾਹਿਗੁਰੂ ਵਾਹਿਗੁਰੂ ਕਹਿੰਦੇ ਹਾਂ, ਰਾਮ ਰਾਮ ਕਹਿੰਦੇ ਹਾਂ। ਕੋਈ ਕਿਸੇ ਵਿਧੀ ਨਾਲ, ਕੋਈ ਕਿਸੇ ਢੰਗ ਦੇ ਨਾਲ ਉਸ ਨੂੰ ਯਾਦ ਕਰਦਾ ਹੈ। ਘੰਟਿਆਂ ਬੱਧੀ ਚੌਂਕੜੇ ਮਾਰ ਕਰਕੇ ਗੁਰੂ ਗੁਰੂ ਜਪਦੇ ਆ, ਵਾਹਿਗੁਰੂ ਵਾਹਿਗੁਰੂ ਕਹਿੰਦੇ ਆ। ਉਹ ਚੇਤੇ ਕਰਨ ਦੇ ਬਾਵਜੂਦ ਵੀ ਚੇਤੇ ਵਿੱਚ ਨਹੀਂ ਆਉਂਦਾ, ਚੇਤੇ ਚੋਂ ਨਿਕਲ ਜਾਂਦਾ ਹੈ।
ਉਹਦਾ ਸਿਮਰਨ ਕਰਦੇ ਆ, ਸਿਮਰਨ ਕਰਦੇ ਆ ਵੀ ਉਹ ਯਾਦ ਨਹੀਂ ਰਹਿੰਦਾ, ਯਾਦ ਚੋਂ ਬਾਹਰ ਚਲਾ ਜਾਂਦਾ ਹੈ। ਨਿਤਨੇਮ ਕਰਨ ਲੱਗਦੇ ਆ ਤੇ ਅੱਗੇ ਧੀਆਂ ਪੁੱਤਰ ਆ ਕਰਕੇ ਖਲੋ ਜਾਂਦੇ ਨੇ, ਸਿਮਰਨ ਕਰਨ ਲੱਗਦੇ ਆ ਕੁਟੰਬ ਅੱਗੇ ਆ ਕਰਕੇ ਖਲੋ ਜਾਂਦਾ ਹੈ। ਜਿਨ੍ਹਾਂ ਨੂੰ ਯਾਦ ਨਹੀਂ ਕਰਦੇ ਉਹ ਯਾਦ ਆ ਜਾਂਦੇ ਨੇ, ਜਿਨ੍ਹਾਂ ਨੂੰ ਚੇਤੇ ਨਹੀਂ ਕਰਦੇ ਉਹ ਚੇਤੇ ਵਿੱਚ ਆ ਜਾਂਦੇ ਨੇ। ਪਰਮਾਤਮਾ ਨੂੰ ਜਦੋਂ ਆਰਾਧੋ, ਜਦੋਂ ਸਿਮਰੋ, ਉਦੋਂ ਉਹ ਹਾਜ਼ਰ ਹੋ ਜਾਂਦਾ ਹੈ, ਉੱਥੇ ਹੀ ਹਾਜ਼ਰ ਹੋ ਜਾਂਦਾ ਹੈ। ਉਹਦਾ ਇਹ ਗੁਣ ਹੈ। ਪਰ ਉਹਨੂੰ ਆਰਾਧਨਾ ਦਿਲੋਂ ਪੈਣਾ ਹੈ, ਓਪਰਾ ਨਹੀਂ। ਅਸੀਂ ਓਪਰੇ ਢੰਗ ਦੇ ਨਾਲ, ਬਾਹਰੀ ਢੰਗ ਦੇ ਨਾਲ ਆਰਾਧਦੇ ਹਾਂ, ਹਿਰਦੇ ਵੇਦਕ ਹੋ ਕਰਕੇ ਸਿਮਰਦੇ ਨਹੀਂ। ਜਿਸ ਦਿਨ ਅੰਤਰ ਆਤਮਿਓ ਹਿਰਦੇ ਵੇਦਕ ਹੋ ਕਰਕੇ ਸਿਮਰਿਆ, ਉੱਥੇ ਹੀ ਉਹ ਵਾਹਿਗੁਰੂ ਹਾਜ਼ਰ ਹੋ ਜਾਂਦਾ ਹੈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਮ੍ਰਿਤ ਵਚਨ ਨੇ, ਜਿੱਥੇ ਹਰ ਆਰਾਧੀਐ ਤਿੱਥੇ ਹਰ ਮਿੱਤ ਸਹਾਈ। ਜਿੱਥੇ ਵੀ ਉਹਦੀ ਆਰਾਧਨਾ ਕਰੋ, ਜਿੱਥੇ ਵੀ ਉਹਨੂੰ ਸਿਮਰੋ, ਉੱਥੇ ਸਹਾਈ ਹੁੰਦਾ ਹੈ, ਉੱਥੇ ਉਹ ਆ ਕਰਕੇ ਖਲੋ ਜਾਂਦਾ ਹੈ। ਭਗਤ ਨਾਮਦੇਵ ਜੀ ਨੇ ਵੀ ਉਸ ਪਰਮਾਤਮਾ ਨੂੰ ਆਰਾਧਿਆ ਨਾ, ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ, ਤੇ ਨਿਰੰਕਾਰ ਆ ਕਰਕੇ ਖਲੋ ਗਿਆ ਤੇ ਭਗਤ ਨਾਮਦੇਵ ਜੀ ਨੂੰ ਕਹਿਣ ਲੱਗੇ, ਭਗਤ ਜੀ ਕਹੇ ਤਾਂ ਧਰਨਾ ਕੋਡੀ ਕਰੂੰ, ਕਹੇ ਤਾਂ ਲੇਕਰ ਉੱਪਰ ਧਰੂੰ, ਕਹੇ ਤਾਂ ਗਊ ਮਰੀ ਗਊ ਦੇਵ ਜਵਾਏ, ਸਭ ਕੋ ਦੇਖੇ ਪਤੇ ਆਏ। ਉੱਥੇ ਉਹ ਪਰਮਾਤਮਾ ਹਾਜ਼ਰ ਹੋਇਆ ਹੈ। ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ, ਜਦੋਂ ਤੁਸੀਂ ਯਾਦ ਕਰੋਗੇ, ਜਦੋਂ ਤੁਸੀਂ ਸਾਡਾ ਸਿਮਰਨ ਕਰੋਗੇ, ਉਦੋਂ ਅਸੀਂ ਹਾਜ਼ਰ ਹੋਵਾਂਗੇ। ਹਿਰਦੇ ਵੇਦਕ ਹੋ ਕਰਕੇ ਵਾਹਿਗੁਰੂ ਨੂੰ ਸਿਮਰਨਾ ਹੈ, ਅੰਤਰ ਆਤਮ ਸਿਮਰਨਾ ਹੈ। ਲੋਕ ਵਿਖਾਵੇ ਦੇ ਨਾਲ ਨਹੀਂ ਸਿਮਰਨਾ। ਅਸੀਂ ਲੋਕ ਵਿਖਾਵਾ ਬਹੁਤਾ ਕਰਦੇ ਹਾਂ ਕਿ ਮੈਂ ਬੜਾ ਸਿਮਰਨ ਕਰਦਾ ਹਾਂ, ਬੜਾ ਯਾਦ ਕਰਦਾ ਹਾਂ, ਤੇ ਜਿਹੜੇ ਸਿਮਰਨ ਕਰਦੇ ਉਹ ਵਿਖਾਵਾ ਨਹੀਂ ਕਰਦੇ, ਉਹ ਵਿਖਾਵਾ ਨਹੀਂ ਕਰਦੇ, ਵਿਖਾਵੇ ਤੋਂ ਉੱਪਰ ਹੁੰਦੇ ਨੇ। ਗੁਰੂ ਨਾਨਕ ਪਾਤਸ਼ਾਹ ਜੀ ਕਹਿਣ ਲੱਗੇ, ਭੈਣ ਜੀ ਜਦੋਂ ਤੁਸੀਂ ਮੈਨੂੰ ਯਾਦ ਕਰੋਗੇ, ਮੇਰਾ ਸਿਮਰਨ ਕਰੋਗੇ, ਮੈਂ ਉਸੇ ਸਮੇਂ ਹੀ ਤੁਹਾਡੇ ਕੋਲੇ ਹਾਜ਼ਰ ਹੋ ਜਾਵਾਂਗਾ। ਤਬ ਸਮੀਪ ਆਵੋ ਬਿਨ ਦੇਰਾ। ਤੂੰ ਸਿਮਰਨ ਕਰੀ, ਯਾਦ ਕਰੀ, ਫਿਰ ਦੇਖੀ ਮੈਂ ਦੇਰੀ ਨਹੀਂ ਲਾਉਣੀ, ਮੈਂ ਸਮਾਂ ਨਹੀਂ ਲਾਉਣਾ, ਉਸੇ ਸਮੇਂ ਹੀ ਹਾਜ਼ਰ ਹੋ ਜਾਵਾਂਗਾ, ਹਾਜ਼ਰ ਹੋਵਾਂਗਾ। ਦੁਸ਼ਾਸਨ ਦੀ ਸਭਾ ਦੇ ਵਿੱਚ ਦ੍ਰੋਪਦੀ ਨੂੰ ਬਾਲਾਂ ਤੋਂ ਫੜ ਕਰਕੇ ਘਸੀਟ ਕਰਕੇ ਲਿਆਂਦਾ ਗਿਆ। ਉਹਨੂੰ ਪਹਿਲਾਂ ਆਪਣੇ ਬਾਹੂ ਬਲਾਂ ਦੇ ਉੱਪਰ ਮਾਣ ਸੀ, ਭੀਸ਼ਮ ਪਿਤਾਮਾ ਦੇ ਉੱਪਰ ਮਾਣ ਸੀ, ਕੌਰਵਾਂ ਦੇ ਉੱਪਰ ਮਾਣ ਸੀ ਕਿ ਇਹਨਾਂ ਦੇ ਹੁੰਦਿਆਂ ਮੈਨੂੰ ਕੋਈ ਬੇਪਤ ਨਹੀਂ ਕਰ ਸਕਦਾ। ਜਦੋਂ ਇਹਨਾਂ ਦੇ ਕਿਸੇ ਦਾ ਵੀ ਕੋਈ ਜ਼ੋਰ ਨਾ ਚੱਲਿਆ, ਫਿਰ ਉਹਨੇ ਪਰਮੇਸ਼ਰ ਨੂੰ ਆਰਾਧਿਆ। ਉਸੇ ਸਮੇਂ ਹੀ ਪਰਮੇਸ਼ਰ ਉੱਥੇ ਪਹੁੰਚ ਗਿਆ। ਜਦੋਂ ਘਰ ਦ੍ਰੋਪਦੀ ਆਈ ਨਾ, ਕ੍ਰਿਸ਼ਨ ਜੀ ਨੂੰ ਮਿਲੀ ਤੇ ਉਹਨੇ ਗਿਲਾ ਸ਼ਿਕਵਾ ਕੀਤਾ ਤੇ ਕ੍ਰਿਸ਼ਨ ਜੀ ਨੂੰ ਕਹਿਣ ਲੱਗੀ, ਤੁਸੀਂ ਪਹਿਲਾਂ ਕਿਉਂ ਨਹੀਂ ਪਹੁੰਚੇ? ਕ੍ਰਿਸ਼ਨ ਜੀ ਨੇ ਜਵਾਬ ਦਿੱਤਾ, ਕਹਿਣ ਲੱਗੀ, ਪਹਿਲਾਂ ਤੈਨੂੰ ਆਪਣੇ ਬਾਹੂ ਬਲਾਂ ਦੇ ਉੱਪਰ ਬੜਾ ਮਾਣ ਸੀ, ਫਿਰ ਤੈਨੂੰ ਭੀਸ਼ਮ ਪਿਤਾਮਾ ਦੇ ਉੱਪਰ ਬੜਾ ਮਾਣ ਸੀ ਕਿ ਇਹਨਾਂ ਦੇ ਹੁੰਦਿਆਂ ਹੋਇਆਂ ਮੈਨੂੰ ਕੋਈ ਬੇਪਤ ਨਹੀਂ ਕਰ ਸਕਦਾ। ਤੈਨੂੰ ਪੰਜਾਂ ਪਾਂਡਵਾਂ ਦੇ ਉੱਪਰ ਬੜਾ ਮਾਣ ਸੀ ਕਿ ਇਹਨਾਂ ਦੇ ਹੁੰਦਿਆਂ ਹੋਇਆਂ ਕੋਈ ਮੈਨੂੰ ਬੇਪਤ ਨਹੀਂ ਕਰ ਸਕਦਾ। ਜਦੋਂ ਤੂੰ ਹਰ ਪਾਸੇ ਤੋਂ ਲਾਚਾਰ ਹੋ ਗਈ, ਬੇਵਸ ਹੋ ਗਈ, ਕਿਸੇ ਦਾ ਕੋਈ ਜ਼ੋਰ ਨਹੀਂ ਚੱਲਿਆ, ਫਿਰ ਤੂੰ ਮੈਨੂੰ ਆਰਾਧਿਆ ਹੈ, ਫਿਰ ਤੂੰ ਮੈਨੂੰ ਯਾਦ ਕੀਤਾ ਹੈ, ਫਿਰ ਮੈਂ ਦੇਰੀ ਨਹੀਂ ਲਾਈ, ਫਿਰ ਮੈਂ ਸਮਾਂ ਨਹੀਂ ਲਾਇਆ, ਉਸੇ ਸਮੇਂ ਤੇ ਹੀ ਤੁਹਾਡੇ ਕੋਲੇ ਹਾਜ਼ਰ ਹੋ ਗਿਆ। ਜੇ ਤੂੰ ਮੈਨੂੰ ਪਹਿਲਾਂ ਯਾਦ ਕਰ ਲੈਂਦੀ ਤੇ ਪਹਿਲਾਂ ਹਾਜ਼ਰ ਹੋ ਜਾਂਦਾ, ਪਰ ਯਾਦ ਹੀ ਬਾਅਦ ਵਿੱਚ ਕੀਤਾ ਹੈ। ਅਸੀਂ ਪਰਮੇਸ਼ਰ ਨੂੰ ਯਾਦ ਹੀ ਬਾਅਦ ਵਿੱਚ ਕਰਦੇ ਹਾਂ। ਅਸੀਂ ਪਹਿਲਾਂ ਸਾਰੇ ਜ਼ੋਰ ਲਾ ਕੇ ਵੇਖ ਦਿੰਦੇ ਹਾਂ, ਰਾਜਸੀ ਜ਼ੋਰ ਲਾ ਲਿਆ, ਹੋਰ ਜ਼ੋਰ ਲਾ ਕਰਕੇ ਬੈਠ ਜਾਂਦੇ ਹਾਂ। ਜਦੋਂ ਹਰ ਪਾਸੇ ਤੋਂ ਥੱਕ ਜਾਂਦੇ ਆ ਨਾ, ਫਿਰ ਕਹਿੰਦੇ ਹੁਣ ਤਾਂ ਪਰਮਾਤਮਾ ਅੱਗੇ ਅਰਦਾਸ ਹੈ, ਵਾਹਿਗੁਰੂ ਅੱਗੇ ਅਰਦਾਸ ਕਰੀਏ। ਪਰਮਾਤਮਾ ਨੂੰ ਬਾਅਦ ਵਿੱਚ ਯਾਦ ਕਰਦੇ ਹਾਂ। ਜਦੋਂ ਉਸ ਪਰਮਾਤਮਾ ਨੂੰ ਆਰਾਧੀਏ, ਉਹਨੂੰ ਸਿਮਰੀਏ, ਉਸੇ ਸਮੇਂ ਹੀ ਹਾਜ਼ਰ ਹੋ ਜਾਂਦਾ ਹੈ। ਉਹਦਾ ਬਿਰਧ ਹੈ। ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ, ਭੈਣ ਜੀ ਜਦੋਂ ਤੁਸੀਂ ਯਾਦ ਕਰੋਗੇ ਨਾ, ਮੈਂ ਦੇਰੀ ਨਹੀਂ ਲਾਵਾਂਗਾ, ਮੈਂ ਸਮਾਂ ਨਹੀਂ ਲਾਵਾਂਗਾ, ਉਸੇ ਸਮੇਂ ਹੀ ਤੁਹਾਡੇ ਕੋਲੇ ਹਾਜ਼ਰ ਹੋ ਜਾਵਾਂਗਾ।
ਬਹੁ ਪ੍ਰਕਾਰ ਦੇ ਧੀਰਜ ਸਭਈ। ਬਹੁਤ ਪ੍ਰਕਾਰ ਦੇ ਨਾਲ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਤਿਕਾਰਯੋਗ ਭੈਣ ਨਾਨਕੀ ਜੀ ਨੂੰ ਧੀਰਜ ਦਿੱਤਾ ਹੈ, ਹੌਸਲਾ ਦਿੱਤਾ ਹੈ। ਰੈਣ ਬਸੇਰਾ ਕੀਏ ਤੈਂ ਤਬਈ। ਰੈਣ ਬਸੇਰਾ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਰਾਤ ਬੇਬੇ ਨਾਨਕੀ ਜੀ ਦੇ ਘਰ ਦੇ ਵਿੱਚ ਹੀ ਗੁਜ਼ਾਰੀ ਹੈ। ਔਰ ਹੋਤ ਮਿਲ ਕੇ ਸਭ ਸਾਥਾ। ਭੋਰ ਹੁੰਦਿਆਂ ਹੀ, ਸਵੇਰ ਹੁੰਦਿਆਂ ਹੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਸਾਰੇ ਕੁਟੁੰਬ ਨੂੰ ਮਿਲਦੇ ਨੇ। ਭਾਈ ਜੈ ਰਾਮ ਜੀ, ਬੇਬੇ ਨਾਨਕੀ ਜੀ, ਇਹਨਾਂ ਸਾਰਿਆਂ ਨੂੰ ਮਿਲਦੇ ਹਨ। ਗਮਨ ਕਰਿਓ ਬੇਦੀ ਕੁਲ ਨਾਥਾ। ਬੇਦੀ ਕੁਲ ਦੇ ਨਾਥ, ਬੇਦੀ ਕੁਲ ਦੇ ਮਾਲਕ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਸਾਰੇ ਪਰਿਵਾਰ ਨੂੰ ਮਿਲ ਕਰਕੇ ਸੁਲਤਾਨਪੁਰ ਦੀ ਧਰਤੀ ਤੋਂ ਤੁਰਦੇ ਹਨ। ਪੂਰਨ ਮਾਤ ਪਿਤਾ ਕੀ ਚਾਹੂ। ਫਿਰ ਸਤਿਕਾਰਯੋਗ ਮਾਤਾ ਜੀ, ਸਤਿਕਾਰਯੋਗ ਪਿਤਾ ਜੀ, ਉਹਨਾਂ ਨੂੰ ਵੀ ਮਿਲਣ ਦੀ ਅੰਦਰ ਇੱਛਾ ਹੈ, ਅੰਦਰ ਤੜਪ ਹੈ ਕਿ ਪਰਿਵਾਰ ਨੂੰ ਜਿੱਥੇ ਮਿਲੇ ਆ, ਬੇਬੇ ਨਾਨਕੀ ਜੀ ਨੂੰ ਮਿਲੇ ਆ, ਉਥੇ ਮਾਤਾ ਪਿਤਾ ਨੂੰ ਵੀ ਜਾ ਕਰਕੇ ਮਿਲੀਏ। ਤਲਵੰਡੀ ਪਹੁੰਚੇ ਦੁੱਖ ਦਾਹੂ। ਦੁੱਖਾਂ ਦੇ ਖਤਮ ਕਰਨ ਵਾਲੇ, ਦੁੱਖਾਂ ਨੂੰ ਦਾਹਨ ਕਰਨ ਵਾਲੇ ਜਗਤ ਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਸੁਲਤਾਨਪੁਰ ਦੀ ਧਰਤੀ ਤੋਂ ਤਲਵੰਡੀ ਨਗਰ ਸਤਿਕਾਰਯੋਗ ਬੇਬੇ ਜੀ ਨੂੰ, ਮਾਤਾ ਜੀ ਨੂੰ ਔਰ ਪਿਤਾ ਜੀ ਨੂੰ ਬੜੇ ਪਿਆਰ ਦੇ ਨਾਲ ਮਿਲਣ ਦੇ ਲਈ ਜਾਂਦੇ ਹਨ। ਦੋਏ ਕੋਸ ਪਰ ਕੂਪ ਜੋਨੀਕਾ। ਜਦੋਂ ਸੁਲਤਾਨਪੁਰ ਦੀ ਧਰਤੀ ਤੇ ਜਗਤ ਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਪਹੁੰਚੇ ਨੇ ਨਾ, ਸੁਲਤਾਨਪੁਰ ਤੋਂ ਬਾਹਰ 2 ਕੋਹ ਦੀ ਦੂਰੀ ਤੇ ਗਰੀਬ ਨਵਾਜ਼ ਸਤਿਗੁਰੂ ਜੀ ਇੱਕ ਰਮਣੀਕ ਜਗ੍ਹਾ ਵੇਖ ਕਰਕੇ, ਇੱਕ ਸੁੰਦਰ ਖੂਹ ਵੇਖ ਕਰਕੇ ਉੱਥੇ ਵਿਰਾਜਮਾਨ ਹੁੰਦੇ ਹਨ। ਛਾਇਆ ਸਗਨ ਜਹਾਂ ਰਮਣੀਕਾ। ਜਿੱਥੇ ਬਹੁਤ ਸੰਘਣੀ ਦਰਖਤਾਂ ਦੀ ਛਾਂ ਹੈ, ਰਮਣੀਕ ਜਗ੍ਹਾ ਹੈ, ਬਹੁਤ ਸੁੰਦਰ ਜਗ੍ਹਾ ਹੈ, ਜਿੱਥੇ ਬਹੁਤ ਵਧੀਆ ਹਵਾ ਲੱਗ ਰਹੀ ਹੈ ਔਰ ਉਸ ਥਾਂ ਤੇ ਦਗਤਾਰ ਸਤਿਗੁਰੂ ਜੀ ਵਿਰਾਜਮਾਨ ਹੁੰਦੇ ਹਨ। ਬੈਠ ਗਏ ਜਗ ਗੁਰ ਤੇ ਥਾਈ। ਜਗਤ ਦੇ ਗੁਰੂ ਜਗ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਉਸ ਥਾਂ ਦੇ ਉੱਪਰ ਬੈਠ ਗਏ। ਦ્વੈ ਕਟਿਕਾ ਜਬ ਦੀਨ ਬਿਤਾਈ। ਜਦੋਂ 2 ਘੜੀਆਂ ਦਿਨ ਗਰੀਬ ਨਵਾਜ਼ ਸਾਹਿਬ ਜੀ ਨੇ ਉਸ ਥਾਂ ਦੇ ਉੱਪਰ ਬਤੀਤ ਕੀਤੇ ਹਨ। ਹਾਥ ਬੰਦ ਬੋਲਿਓ ਮਰਦਾਨਾ। ਉਸ ਸਮੇਂ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਭਾਈ ਮਰਦਾਨਾ ਜੀ ਹੱਥ ਜੋੜ ਕਰਕੇ ਬੇਨਤੀ ਕਰਦੇ ਹਨ। ਮੁਝ ਕੋ ਆਗਿਆ ਕਰੋ ਬਖਾਨਾ। ਗਰੀਬ ਨਵਾਜ਼ ਸਾਹਿਬ ਜੀਓ, ਆਪ ਮੇਰੇ ਤੇ ਕਿਰਪਾ ਕਰੋ, ਦਇਆ ਦ੍ਰਿਸ਼ਟੀ ਕਰੋ, ਮੈਨੂੰ ਆਗਿਆ ਦੇਵੋ। ਨਿਜ ਕੁਟੰਬ ਲਿਆਵੋ ਸੁਧ ਅਬਈ। ਸਤਿਗੁਰੂ ਮੈਨੂੰ ਆਗਿਆ ਦਿਓ, ਮੈਂ ਆਪਣੇ ਪਰਿਵਾਰ ਦੀ ਵੀ ਜਾ ਕਰਕੇ ਖਬਰਸਾਰ ਲੈ ਲਵਾਂ। ਪਈ ਮਿਰਤਕ ਕੈ ਜੀਵਤ ਸਭਈ। ਸਤਿਗੁਰੂ ਬੜਾ ਲੰਮਾ ਸਮਾਂ ਹੋ ਗਿਆ ਪਰਿਵਾਰ ਦੇ ਨਾਲੋਂ ਵਿਛੜਿਆ ਨੂੰ, ਪਰਿਵਾਰ ਦੀ ਖਬਰਸਾਰ ਲੈ ਲਵਾਂ, ਕਿਤੇ ਜਿਉਂਦੇ ਆ ਕਿ ਮਰ ਗਏ। ਭਾਈ ਮਰਦਾਨਾ ਜੀ ਇਸ ਤਰ੍ਹਾਂ ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਦੇ ਕੋਲੋਂ ਆਗਿਆ ਲੈਂਦੇ ਹਨ। ਬਹੁਤ ਬਰਖ ਮੈਂ ਨਿਜਪੁਰ ਆਏ। ਭਾਈ ਮਰਦਾਨਾ ਜੀ ਕਹਿਣ ਲੱਗੇ, ਸਤਿਗੁਰੂ ਬੜਾ ਸਮਾਂ ਹੋ ਗਿਆ ਪਰਿਵਾਰ ਨਾਲੋਂ ਟੁੱਟਿਆ ਨੂੰ, ਪਰਿਵਾਰ ਤੋਂ ਦੂਰ ਗਿਆ ਨੂੰ, ਆਪ ਜੀ ਮੈਨੂੰ ਆਗਿਆ ਦੇਵੋ। ਨਿਕਸੀ ਬੌਰ ਨ ਫੇਰੋ ਪਾਏ। ਸਤਿਗੁਰੂ ਇੱਕ ਵਾਰੀ ਘਰੋਂ ਪੈਰ ਬਾਹਰ ਨਿਕਲ ਗਏ ਨੇ, ਪਰਤ ਕਰਕੇ ਘਰ ਪੈਰ ਨਹੀਂ ਪਾਏ, ਵਾਪਸ ਇਸ ਤਲਵੰਡੀ ਨਗਰ ਦੇ ਵਿੱਚ ਨਹੀਂ ਆਏ। ਸਤਿਗੁਰੂ ਬੜਾ ਸਮਾਂ ਹੋ ਗਿਆ ਹੈ ਪਰਿਵਾਰ ਤੋਂ ਦੂਰ ਗਿਆ ਨੂੰ। ਸੁਨ ਕਰ ਬਿਗਸੇ ਕਿਰਪਾ ਨਿਕੇਤਾ। ਕਿਰਪਾ ਦੇ ਘਰ, ਨਕੇਤਾ ਦਾ ਅਰਥ ਹੁੰਦਾ ਘਰ, ਕਿਰਪਾ ਦੇ ਘਰ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਸੁਣ ਕਰ ਵਿਗਸੇ। ਵਿਗਸੇ ਦਾ ਅਰਥ ਹੈ ਪ੍ਰਸੰਨ ਹੋਣਾ, ਖੁਸ਼ ਹੋਣਾ। ਗਰੀਬ ਨਵਾਜ਼ ਸਾਹਿਬ ਜੀ ਬੜੇ ਪ੍ਰਸੰਨ ਹੋਏ ਨੇ, ਬਹੁਤ ਖੁਸ਼ ਹੋਏ ਹਨ। ਬੋਲੇ ਹਰਖ ਦੀਨ ਕੇ ਹੇਤਾ। ਹਰਖ ਦਾ ਅਰਥ ਹੈ ਖੁਸ਼ੀ,
ਖੁਸ਼ੀ ਦੇਣ ਦੇ ਲਈ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਆਪਣੇ ਪਾਵਨ ਮੁਖਾਰ ਬਿੰਦ ਤੋਂ ਅੰਮ੍ਰਿਤ ਵਚਨ ਕਰਦੇ ਹਨ। ਜੇ ਤੇਰੇ ਸੰਬੰਧੀ ਮਰ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ, ਮਰਦਾਨਿਆ, ਜੇ ਤੇਰੇ ਸੰਬੰਧੀ ਤੇਰੇ ਰਿਸ਼ਤੇਦਾਰ ਮਰ ਗਏ ਅਵਰ ਕਾਜ ਹਮ ਜਗ ਕਸ ਕਰ ਹੈ। ਤਾਂ ਫਿਰ ਅਸੀਂ ਜਿਹੜੇ ਹੋਰ ਕਿਹੜੇ ਕਾਰਜ ਨੇ ਜੋ ਅਸੀਂ ਉਹ ਕਰਨੇ ਹਨ। ਹਮ ਹੋਵਤ ਨੈ ਚਿੰਤਾ ਕਰੀਏ। ਜਗਤ ਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਭਾਈ ਮਰਦਾਨਾ ਜੀ ਨੂੰ ਕਹਿੰਦੇ, ਮਰਦਾਨਿਆਂ, ਕਾਰਜ ਬੜੇ ਕਰਨੇ ਆ, ਸਾਡੇ ਹੁੰਦਿਆਂ ਕਿਸੇ ਪ੍ਰਕਾਰ ਦੀ ਚਿੰਤਾ ਨਾ ਕਰੀ, ਕੋਈ ਫਿਕਰ ਨਾ ਕਰੀ। ਨਿਕਟ ਨ ਜਮ ਕੋ ਤਰਾਸ ਵਿਚਰੀਏ। ਮਰਦਾਨਿਆਂ, ਅਸੀਂ ਦਾਵਾ ਕਰਦੇ ਹਾਂ, ਸਾਹਿਬ ਜੀ ਕਹਿਣ ਲੱਗੇ, ਤੇਰੇ ਨੇੜੇ ਤੇ ਤੇਰੇ ਪਰਿਵਾਰ ਦੇ ਨੇੜੇ ਤਾਂ ਜਮਾਂ ਨੇ ਵੀ ਨਹੀਂ ਆਉਣਾ। ਸਤਿ ਸ੍ਰੀ ਅਕਾਲ। ਤੇਰੇ ਨੇੜੇ ਤੇ ਤੇਰੇ ਪਰਿਵਾਰ ਦੇ ਨੇੜੇ ਤਾਂ ਜਮਾਂ ਨੇ ਵੀ ਨਹੀਂ ਆਉਣਾ। ਧਰਮਰਾਜ ਤਾਂ ਆਪਣੇ ਦੂਤਾਂ ਨੂੰ ਵੀ ਇਹ ਗੱਲ ਕਹਿੰਦਾ ਹੈ, ਜਿੱਥੇ ਪਰਮੇਸ਼ਰ ਦੀ ਆਰਾਧਨਾ ਹੁੰਦੀ ਹੈ ਨਾ, ਵਾਹਿਗੁਰੂ ਜੀ ਦਾ ਸਿਮਰਨ ਹੁੰਦਾ, ਉਹਨਾਂ ਦੇ ਤੁਸੀਂ ਨੇੜੇ ਨਹੀਂ ਜਾਣਾ। ਤੇ ਦੂਤ ਧਰਮਰਾਜ ਨੂੰ ਪੁੱਛਦੇ ਨੇ, ਕਿਉਂ ਨਹੀਂ ਜਾਣਾ? ਕਹਿਣ ਲੱਗੀ, ਉਹ ਤੁਹਾਨੂੰ ਬੰਨ ਕਰਕੇ ਬਿਠਾ ਲੈਣਗੇ, ਉਹ ਤੋਂ ਛਡਾਉਣ ਵਾਲਾ ਕੋਈ ਨਹੀਂ ਹੈ। ਤੇ ਧਰਮਰਾਜ ਨੂੰ ਜਦੋਂ ਇਸ ਗੱਲ ਦੀ, ਇਹ ਧਰਮਰਾਜ ਦੇ ਨਾਲ ਇਸ ਤਰ੍ਹਾਂ ਦੂਤਾਂ ਨੇ ਵਿਚਾਰ ਕੀਤੀ ਨਾ, ਦੂਤ ਕਹਿਣ ਲੱਗੇ, ਤੁਸੀਂ ਸਾਡੇ ਮਾਲਕ ਹੋ, ਸਾਡੇ ਸਰਦਾਰ ਹੋ, ਤੁਸੀਂ ਬਚਾ ਸਕਦੇ ਹੋ। ਧਰਮਰਾਜ ਨੇ ਤਾਂ ਅੱਗੋਂ ਜਵਾਬ ਦੇ ਦਿੱਤਾ, ਕਹਿਣ ਲੱਗੇ, ਉੱਥੇ ਤਾਂ ਮੇਰੀ ਵੀ ਪੇਸ਼ ਨਹੀਂ ਜਾਂਦੀ। ਨਾ ਹੋ ਨਹਿਣ ਛੁੱਟੈ ਨਿਕਟ ਨਾ ਜਾਇਓ ਦੂਤ, ਤੁਸੀਂ ਉਹਨਾਂ ਦੇ ਨੇੜੇ ਨਹੀਂ ਜਾਣਾ ਜਿੱਥੇ ਬੰਦਗੀ ਹੁੰਦੀ ਹੈ, ਜਿੱਥੇ ਸਿਮਰਨ ਹੁੰਦਾ ਹੈ, ਜਿੱਥੇ ਗੁਰੂ ਗੁਰੂ ਜਪਿਆ ਜਾਂਦਾ ਹੈ। ਅਪਰਤਾਪ ਤੁਮਾਰਾ ਦੇਖ ਕੇ ਜਮਦੂਤ ਛੱਡ ਜਾਹੇ। ਤਾਂ ਗੁਰੂ ਨਾਨਕ ਪਾਤਸ਼ਾਹ ਦਾ ਇੰਨਾ ਤੇਜ ਪ੍ਰਤਾਪ ਹੈ, ਇਸ ਨੂੰ ਵੇਖ ਕਰਕੇ ਤਾਂ ਜਮਦੂਤ ਹੀ ਦੂਰ ਤੋਂ ਭੱਜ ਜਾਂਦੇ ਨੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ, ਮਰਦਾਨਿਆਂ, ਕਿਸੇ ਪ੍ਰਕਾਰ ਦੀ ਕੋਈ ਚਿੰਤਾ ਨਾ ਕਰੀ। ਜੇ ਅਬ ਤੋ ਮਨ ਐਸੀ ਆਈ। ਜੇ ਤੇਰੇ ਮਨ ਦੇ ਅੰਦਰ ਇਸ ਤਰ੍ਹਾਂ ਦੇ ਵਿਚਾਰ ਆਏ ਹਨ, ਮਿਲੋ ਕੁਟੰਬ ਸਰਬ ਕੋ ਜਾਈ। ਤੇਰੇ ਮਨ ਦੇ ਅੰਦਰ ਵਿਚਾਰ ਆ ਗਏ ਨੇ, ਮੈਂ ਪਰਿਵਾਰ ਨੂੰ ਮਿਲਣਾ ਹੈ, ਕਿਤੇ ਨਾ ਕਿਤੇ ਕੁਟੰਬ ਦਾ ਮੋਹ ਅੰਦਰ ਆ ਕਰਕੇ ਖਲੋ ਜਾਂਦਾ ਹੈ। ਤੇ ਗਰੀਬ ਨਿਵਾਜ ਸਾਹਿਬ ਜੀ ਕਹਿਣ ਲੱਗੇ, ਜੇ ਤੇਰੇ ਮਨ ਦੇ ਅੰਦਰ ਕੁਟੰਬ ਨੂੰ ਮਿਲਣ ਦੀ ਇੱਛਾ ਹੈ ਤਾਂ ਜਾਓ, ਜਾ ਕਰਕੇ ਆਪਣੇ ਪਰਿਵਾਰ ਨੂੰ ਮਿਲ ਲਵੋ। ਕਾਲੂ ਕੇ ਸਮੀਪ ਜੇ ਜਾਵੋ। ਜੇ ਤੂੰ ਸਤਿਕਾਰਯੋਗ ਪਿਤਾ ਜੀ ਦੇ ਕੋਲ ਜਾਓਗੇ ਨਾ, ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਭਾਈ ਮਰਦਾਨਾ ਜੀ ਨੂੰ ਸੁਚੇਤ ਕਰਦੇ ਨੇ ਕਿ ਜਦੋਂ ਪਿਤਾ ਜੀ ਦੇ ਕੋਲ ਜਾਵੋ, ਹਮਰੀ ਸੁਧ ਨੇ ਤਿਨੇ ਸੁਨਾਵੋ। ਸਾਡੀ ਸੁਧ, ਸਾਡੀ ਖਬਰ ਨਹਿ ਤਿਨੇ ਸੁਣਾਵੋ। ਸਾਹਿਬ ਜੀ ਕਹਿਣ ਲੱਗੇ, ਸਾਡੀ ਖਬਰ ਨਹੀਂ ਦੇਣੀ, ਕਿ ਦੱਸਣਾ ਨਹੀਂ ਤੁਹਾਡਾ ਲਾਡਲਾ ਉੱਥੇ ਬੈਠਾ ਹੈ, ਤੁਹਾਡਾ ਲਖਤ ਤੇ ਜ਼ਿਕਰ ਉਸ ਥਾਂ ਦੇ ਉੱਪਰ ਬੈਠਾ ਹੈ। ਇਸ ਤਰ੍ਹਾਂ ਗਰੀਬ ਨਿਵਾਜ ਸਾਹਿਬ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਭਾਈ ਮਰਦਾਨਾ ਜੀ ਨੂੰ ਸੁਚੇਤ ਕਰਦੇ ਹਨ, ਮਿਲ ਪਰਿਵਾਰ ਬੋਰ ਤੁਮ ਆਵੋ। ਤੇ ਤੂੰ ਹੋਰ ਕਿਸੇ ਨਾਲ ਕੋਈ ਗੱਲ ਨਹੀਂ ਕਰਨੀ, ਸਾਡੀ ਖਬਰ ਨਗਰ ਦੇ ਵਿੱਚ ਕਿਸੇ ਨੂੰ ਨਹੀਂ ਦੇਣੀ। ਤੂੰ ਜਾ ਕਰਕੇ ਆਪਣੇ ਪਰਿਵਾਰ ਨੂੰ, ਆਪਣੇ ਕੁਟੰਬ ਨੂੰ ਮਿਲ ਕਰਕੇ ਸ਼ੀਘਰ ਹੀ ਸਾਡੇ ਕੋਲ ਆ ਜਾਣਾ। ਕਰ ਕੇ ਮੂੰਹ ਨ ਬਿਲਮ ਲਗਾਵੋ। ਗਰੀਬ ਨਿਵਾਜ ਸਾਹਿਬ ਜੀ ਕਹਿਣ ਲੱਗੇ, ਮਰਦਾਨਿਆਂ, ਪਰਿਵਾਰ ਨੂੰ ਮਿਲਣਾ ਜ਼ਰੂਰ ਹੈ, ਮੋਹ ਜਾਲ ਦੇ ਵਿੱਚ ਨਹੀਂ ਫਸਣਾ, ਮੋਹ ਤੋਂ ਉਪਰਾਮ ਹੋਣਾ ਹੈ, ਕੁਟੰਬ ਦੇ ਮੋਹ ਦੇ ਵਿੱਚ ਨਾ ਫਸੀ। ਨਹਿ ਬਿਲਮ ਲਗਾਵੋ, ਕੋਈ ਦੇਰੀ ਨਾ ਲਾਈ, ਪਰਿਵਾਰ ਨੂੰ ਮਿਲ ਕਰਕੇ ਰਾਜੀ ਖੁਸ਼ੀ ਪੁੱਛ ਕਰਕੇ ਜਲਦੀ ਹੀ ਸਾਡੇ ਕੋਲ ਆ ਜਾਣਾ। ਕਹਿ ਮਰਦਾਨਾ ਸੁਨ ਬਚ ਗੁਰ ਕੋ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਅੰਮ੍ਰਿਤ ਵਚਨ ਭਾਈ ਮਰਦਾਨਾ ਜੀ ਨੇ ਜਦੋਂ ਸੁਣੇ ਹਨ, ਕਿਆ ਲੈ ਕਰ ਜਾਵੋ ਮੈਂ ਘਰ ਕੋ। ਭਾਈ ਮਰਦਾਨਾ ਜੀ ਗਰੀਬ ਨਿਵਾਜ ਸਾਹਿਬ ਜੀ ਨੂੰ ਕਹਿਣ ਲੱਗੇ, ਦਾਤਾ ਫਿਰ ਮੇਰੇ ਤੇ ਕਿਰਪਾ ਕਰੋ,
ਮੈਂ ਕੁਟੰਬ ਨੂੰ ਬੜੇ ਲੰਮੇ ਸਮੇਂ ਬਾਅਦੋਂ ਮਿਲਣ ਜਾਣਾ ਹੈ, ਪਰਿਵਾਰ ਨੂੰ ਮਿਲਣਾ, ਧੀਆਂ ਪੁੱਤਰਾਂ ਨੂੰ ਮਿਲਣਾ ਹੈ। ਸਤਿਗੁਰੂ ਫਿਰ ਮੈਂ ਘਰ ਦੇ ਵਿੱਚ ਕੀ ਲੈ ਕੇ ਜਾਵਾਂ? ਜਦੋਂ ਕੋਈ ਕਿਸੇ ਸੰਬੰਧੀ ਨੂੰ, ਰਿਸ਼ਤੇਦਾਰ ਨੂੰ ਮਿਲਣ ਜਾਂਦਾ ਨਾ, ਕੁਝ ਨਾ ਕੁਝ ਤੋਹਫਾ ਆਪਣੇ ਕੋਲ ਲੈ ਕੇ ਜਾਂਦਾ ਹੈ। ਕੋਈ ਫਲ ਫਰੂਟ ਲੈ ਕੇ ਜਾਂਦੇ ਨੇ ਕਿ ਚਲੋ ਫਲਾਣੇ ਨੂੰ ਮਿਲ ਕੇ ਆਉਣਾ ਹੈ, ਕੋਈ ਮਠਿਆਈ ਲੈ ਕੇ ਜਾਏਗਾ, ਕੁਝ ਨਾ ਕੁਝ ਲੈ ਕੇ ਜਾਂਦੇ ਆ। ਭਾਈ ਮਰਦਾਨਾ ਜੀ ਕਹਿਣ ਲੱਗੇ, ਦਾਤਾ ਮੈਂ ਲੰਮੇ ਸਮੇਂ ਬਾਅਦ ਉਹ ਪਰਿਵਾਰ ਨੂੰ ਮਿਲਣਾ ਹੈ ਤੇ ਆਪ ਹੀ ਕਿਰਪਾ ਕਰ ਦਿਓ, ਤੇ ਮੈਂ ਪਰਿਵਾਰ ਦੇ ਲਈ ਕੀ ਲੈ ਕੇ ਜਾਵਾਂ? ਬੌਰ ਬਰਖ ਕਰ ਵਹਿਰ ਬਿਤਾਏ। 1 ਜਾਂ 2 ਸਾਲ ਨਹੀਂ, ਬੜੇ ਸਾਲ ਬਾਹਰ ਬਤੀਤ ਕੀਤੇ ਹਨ। ਛੂਛਾ ਅਬ ਕਿਆ ਦੇਵੋਂ ਜਾਏ। ਸਤਿਗੁਰੂ ਖਾਲੀ ਹੱਥ ਜਾਂਦੇ ਠੀਕ ਨਹੀਂ ਲੱਗਦੇ, ਤੇ ਮੈਂ ਖਾਲੀ ਹੱਥ ਜਾ ਕਰਕੇ ਕੀ ਕਰਾਂਗਾ? ਗੁਰ ਕਹਿ ਰੋਰਨ ਮੁਸ਼ਟੇ ਉਚਾਵੋ। ਗਰੀਬ ਨਵਾਜ਼ ਸਾਹਿਬ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਭਾਈ ਮਰਦਾਨਾ ਜੀ ਨੂੰ ਕਹਿਣ ਲੱਗੇ, ਮਰਦਾਨਿਆ ਆਏ ਤੋਂ ਧਰਤੀ ਦੇ ਉੱਪਰ ਰੋੜਿਆਂ ਦੀ ਮੁੱਠ ਭਰ ਲੈ। ਬਾਂਦ ਚੀਰ ਸੰਦੇਹ ਮਿਟਾਵੋ। ਇਹ ਰੋੜਿਆਂ ਦੀ ਮੁੱਠ ਭਰ ਕਰਕੇ ਨਾ ਆਪਣੇ ਕੱਪੜੇ ਦੇ ਲੜ ਬੰਨ ਲੈ। ਮਨ ਦੇ ਅੰਦਰ ਕੋਈ ਸ਼ੰਕਾ ਨਹੀਂ ਕਰਨਾ, ਸੰਦੇਹ ਨਹੀਂ ਕਰਨਾ, ਇਹ ਸ਼ੰਕੇ ਤੋਂ ਉੱਪਰ ਰਹਿਣਾ ਹੈ। ਘਰ ਮੈਂ ਜਾਓ ਖੋਲ ਦਿਓ ਤਾਹੀ। ਤੇ ਘਰ ਦੇ ਵਿੱਚ ਜਾ ਕਰਕੇ ਇਸ ਗੱਠ ਨੂੰ ਖੋਲਣਾ ਹੈ। ਹੋਏ ਹੈ ਸੋ ਜੇ ਚਾਹੋ ਮਨ ਮਾਈ। ਜਿਹੋ ਜਿਹਾ ਤੂੰ ਮਨ ਦੇ ਅੰਦਰ ਚਾਹੁੰਦਾ ਨਾ, ਉਹੇ ਜਿਹਾ ਕੁਝ ਤੈਨੂੰ ਪ੍ਰਾਪਤ ਹੋਏਗਾ। ਇੱਕ ਮੁਸ਼ਟ ਤਬਲੇ ਮਰਦਾਨੀ। ਇੱਕ ਮੁੱਠ ਭਾਈ ਮਰਦਾਨਾ ਜੀ ਨੇ ਉਸੇ ਸਮੇਂ ਧਰਤੀ ਦੇ ਉੱਪਰੋਂ ਰੋੜਾਂ ਦੀ ਚੁੱਕੀ ਹੈ। ਬਾਂਦੇ ਆਪਣੇ ਪੱਟ ਸੰਗਾਨੇ। ਪੱਟ ਦਾ ਅਰਥ ਹੈ ਕੱਪੜਾ। ਜਿਹੜਾ ਨਾਲ ਕੱਪੜਾ ਭਾਈ ਮਰਦਾਨਾ ਜੀ ਦੇ ਕੋਲ ਹੈ ਨਾ, ਉਸੇ ਕੱਪੜੇ ਦੇ ਲੜ ਇੱਕ ਰੋੜਿਆਂ ਦੀ ਮੁੱਠ ਬੰਨ ਲਈ ਹੈ। ਕਰਿਓ ਆਨੰਦ ਨਿਕੇਤ ਸਿਦਾਰਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਗਿਆ ਦੇ ਦਿੱਤੀ। ਭਾਈ ਮਰਦਾਨਾ ਜੀ ਬੜੇ ਆਨੰਦਿਤ ਹੋਏ, ਆਪਣੇ ਘਰ ਵੱਲ ਨੂੰ ਚੱਲ ਪਏ। ਮਿਲਿਓ ਜਾਏ ਆਪਣੇ ਪਰਿਵਾਰਾ। ਭਾਈ ਮਰਦਾਨਾ ਜੀ ਜਾ ਕਰਕੇ ਆਪਣੇ ਪਰਿਵਾਰ ਨੂੰ ਮਿਲਦੇ ਹਨ। ਗੰਢ ਚੀਰ ਕੀ ਖੋਲੀ ਜਬਈ। ਜਦੋਂ ਘਰ ਜਾ ਕਰਕੇ ਭਾਈ ਮਰਦਾਨਾ ਜੀ ਨੇ ਉਸ ਕੱਪੜੇ ਦੀ ਗੰਢ ਨੂੰ ਖੋਲਿਆ ਹੈ। ਕੰਚਨ ਸਰਬ ਬਿਲੋਕਿਓ ਤਬਈ। ਔਰ ਸਾਰਾ ਹੀ ਸੋਨੇ ਦੀ ਤਰ੍ਹਾਂ ਭਾਈ ਮਰਦਾਨਾ ਜੀ ਨੇ ਉਸ ਨੂੰ ਵੇਖਿਆ। ਪਾ ਕੁਟੰਬ ਕੋ ਆਨੰਦ ਭਾਰੀ। ਸਾਰਾ ਕੁਟੰਬ ਉਹਨਾਂ ਰੋੜਿਆਂ ਤੋਂ ਸੋਨਾ ਜਦੋਂ ਬਣਿਆ ਵੇਖਿਆ ਨਾ, ਬਹੁਤ ਪ੍ਰਸੰਨ ਹੋਏ ਨੇ, ਬੜੇ ਖੁਸ਼ ਹੋਏ ਹਨ। ਸੁਨਤ ਪਏ ਪੁਰ ਮੈਂ ਨਰ ਨਾਰੀ। ਨਗਰ ਦੇ ਵਿੱਚ ਜਿੱਥੇ ਕਿਤੇ ਵੀ ਇਹ ਖਬਰ ਪਹੁੰਚਦੀ ਹੈ, ਨਰ ਨਾਰੀ ਨੂੰ, ਮਨੁੱਖ ਇਸਤਰੀਆਂ ਨੂੰ ਜਦੋਂ ਪਤਾ ਚੱਲਦਾ ਹੈ ਸ਼੍ਰੀ ਨਾਨਕ ਸੰਗੀ ਮਰਦਾਨਾ ਕਿ ਜਗਤ ਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸਾਥੀ ਭਾਈ ਮਰਦਾਨਾ ਜੀ, ਫਿਰਤ ਵੈਰ ਬੋ ਕਾਲ ਬਿਤਾਨਾ, ਜਿਨ੍ਹਾਂ ਨੇ ਬਹੁਤ ਲੰਬੇਰਾ ਸਮਾਂ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਨਾਲ ਬਤੀਤ ਕੀਤਾ ਹੈ, ਅਬ ਆਵਾ ਆਪਣੇ ਘਰ ਬੀਚੂ। ਹੁਣ ਉਹ ਭਾਈ ਮਰਦਾਨਾ ਜੀ ਆਪਣੇ ਘਰ ਆਪਣੇ ਪਰਿਵਾਰ ਦੇ ਕੋਲ ਆਇਆ ਹੈ। ਇਉਂ ਸੁਨ ਆਏ ਊਚਿਆਰ ਨੀਚੂ। ਇਸ ਤਰ੍ਹਾਂ ਸੁਣ ਕਰਕੇ ਵੱਡਾ ਕੀ ਛੋਟਾ ਕੀ ਉੱਚਾ ਕੀ ਨੀਵਾਂ ਕੀ ਹਰ ਕੋਈ ਭਾਈ ਮਰਦਾਨਾ ਜੀ ਦੇ ਕੋਲ ਆਉਂਦਾ ਹੈ। ਪੀਰ ਪੂਰ ਤੈ ਕੇ ਘਰ ਹੋਈ। ਭਾਈ ਮਰਦਾਨਾ ਜੀ ਦੇ ਘਰ ਦੇ ਵਿੱਚ ਬਹੁਤ ਜ਼ਿਆਦਾ ਭੀੜ ਹੋ ਗਈ। ਮਿਲੇ ਕੁਸ਼ਲ ਬੂਝੇ ਸਭ ਕੋਈ। ਹਰ ਕੋਈ ਭਾਈ ਮਰਦਾਨਾ ਜੀ ਦੇ ਕੋਲ ਆ ਕਰਕੇ ਕੁਸ਼ਲ ਪ੍ਰਸੰਨਤਾ ਪੁੱਛਦੇ ਨੇ, ਰਾਜੀ ਖੁਸ਼ੀ ਪੁੱਛਦੇ ਨੇ, ਬੜੇ ਹੀ ਆਨੰਦਿਤ ਹੁੰਦੇ ਹਨ। ਕਰੇ ਪਰਸਪਰ ਨਰ ਬਖਿਆਨਾ। ਭਾਈ ਮਰਦਾਨਾ ਜੀ ਦੇ ਨਾਲ ਤਲਵੰਡੀ ਨਗਰ ਦੇ ਲੋਕ ਆ ਕਰਕੇ ਬਚਨ ਵਿਲਾਸ ਕਰਦੇ ਨੇ ਤੇ ਭਾਈ ਮਰਦਾਨਾ ਜੀ ਉਹਨਾਂ ਨੂੰ ਜਥਾ ਸਖਤ ਜਵਾਬ ਦਿੰਦੇ ਹਨ। ਸ਼੍ਰੀ ਨਾਨਕ ਸੰਗ ਥਾ ਮਰਦਾਨਾ। ਕਿ ਜਗਤ ਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਨਾਲ
ਭਾਈ ਮਰਦਾਨਾ ਜੀ ਸਨ। ਜਾਂ ਤੇ ਸ਼ੁਭ ਸੁਭਾਏ ਪਾਏ ਕੋ, ਇਹ ਸਹਿ ਸ਼ੁਭ ਸੁਭਾਅ ਸਹਿ ਸੁਭਾਅ ਹੀ ਭਾਈ ਮਰਦਾਨਾ ਜੀ ਘਰ ਆ ਗਏ ਹਨ। ਸਭ ਨਰ ਤੇ ਨਿਰਮਲ ਉਰਜੈ ਕੋ, ਔਰ ਸਾਰੇ ਮਨੁੱਖਾਂ ਤੋਂ, ਸਭ ਨਰ ਤੇ ਸਾਰੇ ਮਨੁੱਖਾਂ ਤੋਂ ਹਿਰਦਾ ਜਿਨ੍ਹਾਂ ਦਾ ਨਿਰਮਲ ਸੀ, ਮధుਰ ਬਚਨ ਸਭ ਸੰਗ ਬਖਾਨਤ, ਉਹ ਸਾਰੇ ਹੀ ਭਾਈ ਮਰਦਾਨਾ ਜੀ ਦੇ ਨਾਲ ਨਿਰਮਲ ਹਿਰਦੇ ਦੇ ਵਿੱਚੋਂ ਬਚਨ ਕਰਦੇ ਹਨ। ਭਲੀ ਰੀਤ ਕਰ ਕੈ ਸਨਮਾਨਤ, ਭਾਈ ਮਰਦਾਨਾ ਜੀ ਉਹਨਾਂ ਨੂੰ ਭਲੀ ਰੀਤ ਦੇ ਨਾਲ ਬੜੇ ਚੰਗੇ ਤਰੀਕੇ ਦੇ ਨਾਲ ਸਨਮਾਨ ਕਰਦੇ ਨੇ, ਉਹਨਾਂ ਦਾ ਆਦਰ ਕਰਦੇ ਨੇ। ਜਿਹੜਾ ਮਨੁੱਖ ਘਰ ਆਏ ਦਾ ਸਤਿਕਾਰ ਨਹੀਂ ਕਰਦੇ ਨਾ, ਜਾਂਦਿਆਂ ਦੀ ਕੋਈ ਗੱਲ ਨਹੀਂ ਪੁੱਛਦੇ, ਤੇ ਤੁਲਸੀਦਾਸ ਵਰਗੇ ਕਹਿੰਦੇ ਨੇ ਐਸੇ ਮਿੱਤਰ ਦੇ ਸਿਰ ਦੇ ਵਿੱਚ ਸੁਆਹ ਪਾ ਦਿਓ ਜੋ ਕਿਸੇ ਨੂੰ ਰਿਸਪੈਕਟ ਹੀ ਨਹੀਂ ਦਿੰਦੇ, ਕਿਸੇ ਦਾ ਸਤਿਕਾਰ ਨਹੀਂ ਕਰਦੇ। ਆਵਤ ਸਾਦਰ ਨਾ ਦੇ, ਜਾਵਤ ਪੁੱਛੇ ਨਾ ਬਾਤ, ਤੁਲਸੀ ਐਸੇ ਮੀਤ ਪੈ ਸਿਰ ਪਰ ਡਾਰੋ ਖਾਕ। ਉਹਦੇ ਸਿਰ ਦੇ ਵਿੱਚ ਸੁਆਹ ਹੀ ਪਾ ਦਿਓ ਜਿਹੜਾ ਕਿਸੇ ਨੂੰ ਆਉਂਦੇ ਨੂੰ ਰਿਸਪੈਕਟ ਹੀ ਨਹੀਂ ਦਿੰਦਾ, ਜਿਹੜਾ ਸਤਿਕਾਰ ਹੀ ਨਹੀਂ ਕਿਸੇ ਦਾ ਕਰਦਾ, ਘਰ ਦੇ ਵਿੱਚ ਆਏ ਹੋਏ ਮਹਿਮਾਨ ਦਾ ਸਤਿਕਾਰ ਨਹੀਂ ਕਰਦਾ, ਕਿਸੇ ਮਿੱਤਰ ਦੋਸਤ ਦਾ ਸਤਿਕਾਰ ਨਹੀਂ ਕਰਦਾ। ਤੁਲਸੀਦਾਸ ਕਹਿਣ ਲੱਗੇ ਤਿੰਨ ਗੱਲਾਂ ਕਦੇ ਕਿਸੇ ਤੋਂ ਮੁੱਲ ਨਹੀਂ ਲੈਣੀਆਂ ਪੈਂਦੀਆਂ, ਹਰ ਇੱਕ ਨੂੰ ਕੋਲੇ ਹੁੰਦੀ ਨੇ। ਤਿੰਨ ਗੱਲਾਂ ਕਹਿ ਦੇਵੇ ਕਿਸੇ ਨੂੰ ਬੜੇ ਪਿਆਰ ਦੇ ਨਾਲ ਕਿ ਆਓ ਬੈਠੋ ਪੀਓ ਪਾਣੀ, ਤਿੰਨੇ ਗੱਲਾਂ ਮੁੱਲ ਨਾ ਜਾਣੀ। ਅਗਲੇ ਨੂੰ ਆਉਂਦਿਆਂ ਨੂੰ ਸਤਿਕਾਰ ਕਰੋ, ਜੀ ਆਇਆਂ ਨੂੰ, ਬੈਠੋ ਜੀ, ਪਾਣੀ ਪੀਓ ਜੀ। ਇਹਨਾਂ ਤਿੰਨਾਂ ਗੱਲਾਂ ਦਾ ਕੋਈ ਮੁੱਲ ਨਹੀਂ ਲੱਗਦਾ, ਇਹਨਾਂ ਦੇ ਨਾਲ ਹੀ ਰਿਸਪੈਕਟ ਹੋ ਜਾਂਦੀ ਹੈ, ਅਗਲੇ ਦਾ ਸਤਿਕਾਰ ਹੋ ਜਾਂਦਾ ਹੈ। ਤੇ ਤੁਲਸੀ ਕਹਿਣ ਲੱਗੇ ਜਿਹੜਾ ਕੋਈ ਇਸ ਤਰ੍ਹਾਂ ਦੀ ਰਿਸਪੈਕਟ ਕਿਸੇ ਨੂੰ ਕਰ ਨਹੀਂ ਨਾ ਸਕਦਾ, ਦੇ ਨਹੀਂ ਸਕਦਾ, ਉਹਦੇ ਸਿਰ ਤੇ ਸੁਆਹ ਪਾ ਦਿਓ। ਹੁਣ ਭਾਈ ਮਰਦਾਨਾ ਜੀ ਜੋ ਵੀ ਘਰ ਵਿੱਚ ਆਉਂਦੇ ਨੇ ਉਹਨਾਂ ਸਾਰਿਆਂ ਦੀ ਰਿਸਪੈਕਟ ਕਰਦੇ ਨੇ, ਸਾਰਿਆਂ ਦਾ ਸਤਿਕਾਰ ਕਰ ਰਹੇ ਹਨ। ਇੱਕ ਮਹੂਰਤ ਸਦਨ ਬਿਤਾਇਆ, ਇੱਕ ਮਹੂਰਤ ਕੁਝ ਸਮਾਂ ਘਰ ਦੇ ਵਿੱਚ ਭਾਈ ਮਰਦਾਨਾ ਜੀ ਨੇ ਬਤੀਤ ਕੀਤਾ। ਮਿਲ ਪਰਿਵਾਰ ਹਿਰਦੇ ਹਰ ਖਾਇਆ, ਆਪਣੇ ਪਰਿਵਾਰ ਨੂੰ ਮਿਲ ਕਰਕੇ ਭਾਈ ਮਰਦਾਨਾ ਜੀ ਬਹੁਤ ਖੁਸ਼ ਹੋਏ ਹਨ। ਅਪਰਜ ਲੋਕ ਮਿਲਨ ਤਿਸ ਆਏ, ਜਿਹੜੇ ਹੋਰ ਲੋਕ ਵੀ ਭਾਈ ਮਰਦਾਨਾ ਜੀ ਨੂੰ ਮਿਲਣ ਦੇ ਲਈ ਆਏ ਹਨ। ਮਿਲਿਓ ਭਾਉ ਤਰ ਸਰਬ ਸੁਖ ਪਾਏ, ਔਰ ਬੜੇ ਪ੍ਰੇਮ ਦੇ ਨਾਲ ਭਾਈ ਮਰਦਾਨਾ ਜੀ ਨੂੰ ਮਿਲੇ ਨੇ, ਮਾਨੋ ਸਾਰੇ ਹੀ ਸੁੱਖ ਉਹਨਾਂ ਨੇ ਪ੍ਰਾਪਤ ਕੀਤੇ ਹਨ। ਦੋਹਰਾ ਬਰਨ ਸੇ ਤੇ ਹੰਸ ਬਾਹਨੀ, ਜੋ ਜਗ ਬਾਨੀ ਰੂਪ। ਬਰਨ ਸੇਤ ਚਿੱਟੇ ਰੰਗ ਦੀ ਜਿਹੜੀ ਹੰਸਨੀ ਹੈ, ਜੋ ਜਗਬਾਨੀ ਰੂਪ ਗੁਰਬਾਣੀ ਦਾ ਹੀ ਉਹ ਰੂਪ ਹੈ। ਗੁਰਬਾਣੀ ਇੱਕ ਨਿਰਮਲ ਹੰਸਨੀ ਦੇ ਨਾਲ ਕਵੀ ਰਾਜ ਕਵੀ ਸੰਤੋਖ ਸਿੰਘ ਜੀ ਉਪਮਾ ਦਿੰਦੇ ਹਨ। ਤੈ ਪਦ ਬੰਧਨ ਕਰ ਪਲੇ, ਬਰਨੋ ਕਥਾ ਅਨੂਪ। ਕਹਿਣ ਲੱਗੀ ਐਸੀ ਜਿਹੜੀ ਜਗਬਾਣੀ ਨਿਰਮਲ ਬਾਣੀ ਹੈ ਨਾ, ਸਤਿਗੁਰਾਂ ਦੀ ਪਵਿੱਤਰ ਬਾਣੀ, ਚਰਨ ਕਮਲਾਂ ਦੇ ਉੱਪਰ ਨਮਸਕਾਰ ਹੈ, ਬੰਦਨਾ ਹੈ, ਤੇ ਮੈਂ ਸਤਿਗੁਰੂ ਜੀ ਦੇ ਚਰਨਾਂ ਦੇ ਉੱਪਰ ਨਮਸਕਾਰ ਕਰਕੇ ਨਿਰਮਲ ਬਾਣੀ ਦੇ ਨਮਸਕਾਰ ਕਰਕੇ ਮੈਂ ਜਿਹੜੀ ਇਹ ਕਥਾ ਹੈ ਅਨੂਪ ਉਪਮਾ ਤੋਂ ਰਹਿਤ, ਜਿਹੜੀ ਉਪਮਾ ਨਹੀਂ ਕੀਤੀ ਜਾ ਸਕਦੀ, ਵਡਿਆਈ ਨਹੀਂ ਕੀਤੀ ਜਾ ਸਕਦੀ, ਉਹ ਅਨੂਪ ਕਥਾ ਵਰਣਨ ਕਰਦਾ ਹਾਂ। ਜੋ ਪਈ ਦ્વੈ ਕਟਿਕਾ ਬੀਤੇ ਤਤਕਾਲੂ, ਜਦੋਂ ਦੋ ਘੜੀਆਂ ਬਤੀਤ ਹੋਈਆਂ ਨੇ, ਦ્વੈ ਘਟਕਾ ਦੋ ਘੜੀਆਂ ਜਦੋਂ ਬਤੀਤ ਹੋਈਆਂ ਨੇ, ਚਲਿਓ ਜਾਂ ਤੋ ਆਲਿਆ ਕਾਲੂ। ਉਸੇ ਸਮੇਂ ਹੀ ਭਾਈ ਮਰਦਾਨਾ ਜੀ ਤਤਕਾਲ ਹੀ ਉੱਠ ਕਰਕੇ ਸਤਿਕਾਰਯੋਗ ਪਿਤਾ
ਮਹਿਤਾ ਕਲਿਆਣ ਦਾਸ ਜੀ ਦੇ ਘਰ ਪਹੁੰਚਦੇ ਹਨ। ਆਗੇ ਸ਼੍ਰੀ ਨਾਨਕ ਕੀ ਮਾਤਾ, ਅੱਗੇ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸਤਿਕਾਰਯੋਗ ਮਾਤਾ ਜੀ, ਤ੍ਰਿਪਤਾ ਨਾਮ ਜੋਥੀ ਬਖਿਆਤਾ, ਜਿਨ੍ਹਾਂ ਦਾ ਨਾਮ ਸਤਿਕਾਰਯੋਗ ਮਾਤਾ ਤ੍ਰਿਪਤਾ ਜੀ ਕਹਿੰਦੇ ਹਨ। ਜਬ ਆਵਤ ਦੇਖਿਓ ਮਰਦਾਨਾ, ਜਦੋਂ ਉਹਨਾਂ ਨੇ ਭਾਈ ਮਰਦਾਨਾ ਜੀ ਨੂੰ ਆਉਂਦਿਆਂ ਨੂੰ ਵੇਖਿਆ, ਗਰ ਸੋਲਾ ਬਿਰਾਗ ਬੌਠਾਨਾ, ਭਾਈ ਮਰਦਾਨਾ ਜੀ ਦੇ ਨਾਲ ਬੜਾ ਸਨੇਹ ਕੀਤਾ। ਭਾਈ ਮਰਦਾਨਾ ਜੀ ਨੂੰ ਵੀ ਗਲਵਕੜੀ ਦੇ ਵਿੱਚ ਲਿਆ, ਆਪਣੇ ਗਲੇ ਲਾਇਆ, ਬਹੁਤ ਸਨੇਹ ਕੀਤਾ, ਬੜਾ ਪ੍ਰੇਮ ਕੀਤਾ ਹੈ। ਭਇਓ ਮੋਹ ਸਰਤਾ ਸੋ ਪਰਵਾਹ, ਹਿਰਦੇ ਦੇ ਅੰਦਰ ਮੋਹ ਬਹੁਤ ਜ਼ਿਆਦਾ ਪੈਦਾ ਹੋਇਆ। ਸਰਤਾ ਦੀ ਤਰ੍ਹਾਂ, ਨਦੀ ਦੀ ਤਰ੍ਹਾਂ ਇਹ ਮੋਹ ਨੇ ਆਪਣਾ ਬਹਾਵ ਹੋਰ ਤੇਜ਼ ਕੀਤਾ ਹੈ। ਧੀਰਜ ਸਿਕਤਾ ਸੇਤ ਨਸਾਹਾ, ਹਿਰਦੇ ਦੇ ਅੰਦਰੋਂ ਧੀਰਜ ਡਾਵਾਡੋਲ ਹੋ ਗਿਆ। ਹੁਣ ਤਾਂ ਆਪਣੇ ਲਖ ਤੇ ਜਿਗਰ ਨੂੰ ਮਿਲਣ ਦੀ ਅੰਦਰ ਤਾਂਗ ਪੈਦਾ ਹੋਈ ਹੈ। ਬਾਕ ਜੋ ਤਿਨ ਸਭ ਦੀਏ ਰੁੜਾਈ, ਔਰ ਬਾਕ ਜੋ ਤਿਨ ਸਭ ਦੀਏ ਰੁੜਾਈ, ਜੋ ਅੰਦਰ ਬਚਨ ਬਿਲਾਸ ਸੀ ਉਹ ਸਾਰੇ ਹੀ ਇਸ ਮੋਹ ਦੀ ਨਦੀ ਦੇ ਵਿੱਚ ਬਹਿ ਤੁਰੇ ਨੇ, ਰੁੜ ਗਏ ਹਨ। ਕਹੇ ਬਹੁਤ ਨੈ ਧੀਰ ਤਰਾਈ, ਆਪਣੇ ਆਪ ਨੂੰ ਦਿਲਾਸਾ ਵੀ ਦਿੰਦੇ ਨੇ। ਭਾਈ ਮਰਦਾਨਾ ਜੀ ਬਹੁਤ ਕਹਿ ਰਹੇ ਨੇ, ਪਰ ਨਹਿ ਧੀਰਜ, ਅੰਦਰ ਧੀਰਜ ਟਿਕਦਾ ਨਹੀਂ ਹੈ। ਸ਼੍ਰੀ ਨਾਨਕ ਕੋ ਭਾ ਅਨੁਰਾਗਾ, ਕਿਉਂਕਿ ਅੰਦਰ ਜਗਤ ਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਅਨੁਰਾਗ ਹੈ, ਅੰਦਰ ਪ੍ਰੇਮ ਹੈ। ਕੀਨੋ ਜਨਨੀ ਬਹੁ ਬੈਰਾਗਾ, ਸਤਿਕਾਰਯੋਗ ਮਾਤਾ ਤ੍ਰਿਪਤਾ ਜੀ ਨੇ ਬਹੁਤ ਵੈਰਾਗ ਕੀਤਾ ਹੈ। ਕਿਤਕ ਦੇਰ ਮੈਂ ਧੀਰਜ ਧਰ ਕੈ, ਕਾਫੀ ਦੇਰ ਤੱਕ ਮਾਤਾ ਜੀ ਇਸੇ ਤਰ੍ਹਾਂ ਫਿਰ ਹੌਲੀ ਹੌਲੀ ਧੀਰਜ ਰੱਖਦੇ ਹਨ। ਪੂਜਨ ਲਗੀ ਸੋ ਬਚਨ ਉਚਰ ਕੈ, ਜਦੋਂ ਪ੍ਰੇਮ ਦੇ ਹੜ ਦੇ ਵਿੱਚ ਵਹਿ ਤੁਰੇ ਨਾ, ਫਿਰ ਹੌਲੀ ਹੌਲੀ ਧੀਰਜ ਦਿੱਤਾ। ਧੀਰਜ ਦੇ ਕਰਕੇ ਭਾਈ ਮਰਦਾਨਾ ਜੀ ਦੇ ਨਾਲ ਸਤਿਕਾਰਯੋਗ ਮਾਤਾ ਤ੍ਰਿਪਤਾ ਜੀ ਬਚਨ ਵਿਲਾਸ ਕਰਦੇ ਹਨ। ਸੁਤ ਨਾਨਕ ਕੀ ਖਬਰ ਸੁਨਾਵੋ, ਭਾਈ ਮਰਦਾਨਾ ਜੀ ਨੂੰ ਮਾਤਾ ਜੀ ਕਹਿਣ ਲੱਗੀ, ਮੇਰੇ ਪੁੱਤਰ ਨਾਨਕ ਦੀ ਕੋਈ ਖਬਰ ਸੁਣਾ। ਮੇਰਾ ਪੁੱਤਰ ਨਾਨਕ ਕਿੱਥੇ ਹੈ? ਤਜਿਓ ਥਾਨ ਕੈ ਮੋਏ ਬਤਾਵੋ, ਦੱਸੋ ਕਿਸ ਥਾਂ ਦੇ ਉੱਪਰ ਹੈ, ਕਿਸ ਥਾਂ ਨੂੰ ਉਹਨਾਂ ਨੇ ਤਿਆਗਿਆ, ਕਿੱਥੇ ਜਾ ਕਰਕੇ ਉਹ ਬੈਠੇ ਨੇ। ਭਾਈ ਮਰਦਾਨਾ ਜੀ ਨੂੰ ਬੇਬੇ ਔਰ ਜੀ ਮਾਤਾ ਜੀ ਬੜੇ ਪਿਆਰ ਦੇ ਨਾਲ ਮਾਤਾ ਤ੍ਰਿਪਤਾ ਜੀ ਪੁੱਛ ਰਹੇ ਹਨ। ਜਬ ਕੇ ਨਿਕਸੇ ਤੁਮ ਘਰ ਮਾਈ, ਜਦੋਂ ਤੋਂ ਤੁਸੀਂ ਘਰ ਦੇ ਵਿੱਚੋਂ, ਇਸ ਨਗਰ ਦੇ ਵਿੱਚੋਂ ਗਏ ਹੋ, ਤਬ ਕੀ ਸੁਧ ਆਈ ਕਬ ਨਾਈ, ਉਦੋਂ ਦੀ ਕੋਈ ਖਬਰ ਨਹੀਂ ਆਈ, ਕੋਈ ਖਬਰ ਨਹੀਂ ਆਈ। ਅੱਜ ਤੱਕ ਕੋਈ ਘਰ ਦੇ ਵਿੱਚੋਂ ਮੈਂਬਰ ਬਾਹਰ ਜਾਂਦਾ ਨਾ, ਕੋਈ ਅੱਧੇ ਘੰਟੇ ਵਾਸਤੇ ਬਾਹਰ ਜਾਂਦਾ, ਉਸੇ ਟਾਈਮ ਤੇ ਫੋਨਾਂ ਦੀਆਂ ਘੰਟੀਆਂ ਖੜਕ ਜਾਂਦੀਆਂ ਕਿ ਮੈਂ ਫਲਾਣੇ ਥਾਂ ਤੇ ਪਹੁੰਚ ਗਿਆ। 5-5 ਮਿੰਟਾਂ ਦੀ ਖਬਰ ਘਰ ਦੇ ਵਿੱਚ ਪਹੁੰਚ ਜਾਂਦੀ ਹੈ। ਪਰ ਉਸ ਸਮੇਂ ਤਾਂ ਕੋਈ ਇਸ ਤਰ੍ਹਾਂ ਦੀ ਸਹੂਲਤ ਵੀ ਨਹੀਂ ਸੀ ਨਾ, ਕੋਈ ਚਿੱਠੀ ਪੱਤਰ ਵੀ ਨਹੀਂ ਸੀ। ਬਹੁਤ ਲੰਮਾ ਸਮਾਂ ਹੋ ਗਿਆ ਸੀ। ਮਾਤਾ ਜੀ ਭਾਈ ਮਰਦਾਨਾ ਜੀ ਨੂੰ ਕਹਿਣ ਲੱਗੇ, ਜਦੋਂ ਤੋਂ ਤੁਸੀਂ ਘਰੋਂ ਗਏ ਹੋ, ਇਸ ਨਗਰ ਦੇ ਵਿੱਚੋਂ ਗਏ ਹੋ, 1 ਸਾਲ ਨਹੀਂ, 2 ਸਾਲ ਨਹੀਂ, ਅਣਗਿਣਤ ਸਾਲ ਹੋ ਗਏ ਨੇ, ਕੋਈ ਖਬਰ ਤੁਹਾਡੀ ਨਹੀਂ ਆਈ। ਮਮ ਸੁਤ ਸਭ ਤਜ ਕੇ ਘਰ ਬਾਰਾ, ਮੇਰੇ ਪੁੱਤਰ ਸਮੇਤ ਤੁਸੀਂ ਘਰ-ਬਾਰ ਨੂੰ ਤਿਆਗ ਦਿੱਤਾ। ਪਾ ਫਕੀਰ ਕਿਆ ਹਿਰਦੇ ਵਿਚਾਰਾ, ਤੁਸੀਂ ਫਕੀਰੀ ਧਾਰਨ ਕਰ ਲਈ, ਹਿਰਦੇ ਵਿੱਚ ਕੀ ਵਿਚਾਰ ਕੀਤਾ ਹੈ? ਨਿਸ ਦਿਨ ਕਰਤੇ ਹੋ ਰੁਦਨ ਬਿਤਾਉ, ਮੈਂ ਦਿਨ ਰਾਤ ਆਪਣੇ ਪੁੱਤਰ ਦੇ ਵਿਜੋਗ ਦੇ ਵਿੱਚ ਰੋਂਦੀ ਰਹਿੰਦੀ ਐ। ਨਿਸ ਦਿਨ ਕਰਤਿਓ ਰੁਦਨ ਬਿਤਾਓ, ਰੋਂਦੀ ਹੋਈ ਦਿਨ ਰਾਤ ਬਤੀਤ ਕਰਦੀ ਐ ਕਿ ਮੈਨੂੰ ਆਪਣੇ ਲਾਲ ਦੇ ਦੀਦਾਰ ਹੋਣ, ਅੱਖਾਂ ਦੇ ਤਾਰੇ ਦੇ ਦਰਸ਼ਨ ਹੋਣ। ਇਕਲੌਤਾ ਪੁੱਤਰ ਹੈ, ਹਿਰਦੇ ਦੇ ਅੰਦਰ
ਆਪਣੇ ਪੁੱਤਰ ਦੇ ਦੀਦਾਰ ਕਰਨ ਦੀ ਮਾਤਾ ਜੀ ਦੇ ਬਹੁਤ ਤਾਂਘ ਹੈ। ਕਰ ਉਰ ਯਾਦ ਬੈਠ ਪਛਤਾਉ, ਹਿਰਦੇ ਵਿੱਚ ਯਾਦ ਕਰਕੇ ਨਾ ਬੈਠ ਜਾਂਦੀ ਹੈ, ਫਿਰ ਬੜੀ ਪਛਤਾਪ ਕਰਦੀ ਹਾਂ ਬਿਦਨੇ ਇੱਕ ਸੁਤ ਦੀਨੋ ਮੋਈ, ਕਿ ਮੈਨੂੰ ਵਿਧਾਤੇ ਨੇ ਵਾਹਿਗੁਰੂ ਨੇ ਇੱਕ ਪੁੱਤਰ ਦਿੱਤਾ ਸੀ, ਨੈ ਸਮੀਪ ਕਬ ਰਾਖਿਓ ਉਹੀ। ਮੈਨੂੰ ਵਿਧਾਤੇ ਨੇ ਇੱਕ ਪੁੱਤਰ ਦਿੱਤਾ ਸੀ, ਉਹਨੂੰ ਵੀ ਮੈਂ ਆਪਣੇ ਕੋਲ ਨਹੀਂ ਰੱਖ ਸਕੀ। ਦੋਹਰਾ ਕਾਲੂ ਕੇ ਤਬ ਅਜਰ ਮੈਂ ਪੁੰਜ ਪਏ ਨਰ ਆਏ। ਪਿਤਾ ਕਾਲੂ ਜੀ ਦੇ ਘਰ ਦੇ ਵਿੱਚ ਵਿਹੜੇ ਵਿੱਚ ਬਹੁਤ ਸਾਰੇ ਤਲਵੰਡੀ ਨਗਰ ਦੇ ਜਿਹੜੇ ਲੋਕ ਨੇ ਮਨੁੱਖ ਨੇ ਉਹ ਆਏ ਹਨ। ਸੁਨ ਕਰ ਮਾਤਾ ਕੇ ਬਚਨ ਮਰਦਾਨਾ ਤਬ ਗਾਏ। ਉਸ ਸਮੇਂ ਸਤਿਕਾਰਯੋਗ ਮਾਤਾ ਤ੍ਰਿਪਤਾ ਜੀ ਦੇ ਇਹ ਬਚਨ ਸੁਣ ਕਰਕੇ ਨਾ ਭਾਈ ਮਰਦਾਨਾ ਜੀ ਕਹਿਣ ਲੱਗੇ, ਜੋ ਪਈ ਜਬ ਸੁਲਤਾਨਪੁਰੇ ਹਮ ਆਏ। ਮਾਤਾ ਜੀ ਨੂੰ ਕਹਿਣ ਲੱਗੀ, ਮਾਤਾ ਜੀ ਜਦੋਂ ਅਸੀਂ ਸੁਲਤਾਨਪੁਰ ਨਗਰ ਦੇ ਵਿੱਚ ਗਏ ਸੀ ਤਬ ਸ਼੍ਰੀ ਨਾਨਕ ਕੇ ਸੰਗ ਰਹੇ। ਤਾਂ ਉਸ ਸਮੇਂ ਮੈਂ ਭਾਈ ਮਰਦਾਨਾ ਜੀ ਕਹਿਣ ਲੱਗੇ ਜਗਤ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਨਾਲ ਰਿਹਾ। ਪੁਨ ਸੁਧ ਨੇ ਤੈ ਤੇ ਪਛਾਤੀ, ਪੁਨ ਸੁਧ ਨੇ ਉਸ ਤੋਂ ਬਾਅਦ ਦੀ ਮੇਰੇ ਕੋਲੇ ਕੋਈ ਖਬਰ ਨਹੀਂ ਹੈ। ਕਿਤ ਕੋ ਗਇਓ ਨਾ ਜਾਣਿਓ ਜਾਤੀ, ਉਸ ਤੋਂ ਬਾਅਦ ਦੀ ਕੋਈ ਖਬਰ ਨਹੀਂ ਹੈ ਗੁਰੂ ਨਾਨਕ ਦੇ ਮਹਾਰਾਜ ਜੀ ਕਿੱਧਰ ਗਏ ਨੇ ਕਿੱਥੇ ਨੇ, ਕਿਉਂਕਿ ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਨੇ ਪਹਿਲਾਂ ਹੀ ਭਾਈ ਮਰਦਾਨਾ ਜੀ ਨੂੰ ਸੁਚੇਤ ਕਰ ਦਿੱਤਾ ਕਿ ਘਰ ਦੇ ਵਿੱਚ ਮੇਰੇ ਬਾਰੇ ਨਗਰ ਦੇ ਵਿੱਚ ਕੋਈ ਪੁੱਛੇ ਕਿਸੇ ਨੂੰ ਕੁਝ ਨਹੀਂ ਦੱਸਣਾ। ਸੁਨ ਮਾਤਾ ਉਰਬੋ ਅਕੁਲਾਈ, ਜਦੋਂ ਭਾਈ ਮਰਦਾਨਾ ਜੀ ਨੇ ਜਵਾਬ ਦੇ ਦਿੱਤਾ ਨਾ ਕਿ ਕਿਤ ਕੋ ਗਇਓ ਨਾ ਜਾਣਿਓ ਜਾਤੀ, ਪਤਾ ਨਹੀਂ ਕਿੱਧਰ ਚਲੇ ਗਏ ਨੇ, ਕੋਈ ਪਤਾ ਨਹੀਂ, ਕੋਈ ਖਬਰ ਨਹੀਂ ਹੈ। ਮਾਤਾ ਜੀ ਜਦੋਂ ਇਹ ਗੱਲ ਸੁਣਦੇ ਨੇ ਬੜੇ ਹੀ ਵਿਆਕੁਲ ਹੋ ਜਾਂਦੇ ਹਨ। ਜਨ ਬ੍ਰਿਣ ਪਾਕੇ ਪਾਵਕ ਲਾਈ, ਔਰ ਉਹ ਇਸ ਤਰ੍ਹਾਂ ਮਾਨੋ ਜਿਵੇਂ ਪੱਕੇ ਹੋਏ ਫੋੜੇ ਦੇ ਉੱਪਰ ਜ਼ਖਮ ਦੇ ਉੱਪਰ ਕੋਈ ਪਾਵਕ ਲਾਈ ਅੱਗ ਲਾ ਦੇਵੇ, ਉਸ ਜ਼ਖਮ ਦੇ ਉੱਤੇ ਕੋਈ ਨਮਕ ਛਿੜਕ ਦੇਵੇ, ਅੱਗ ਲਾ ਦੇਵੇ, ਉਹ ਹੋਰ ਵੀ ਦੁਖਦਾਈ ਹੋ ਜਾਂਦਾ ਹੈ, ਬਹੁਤ ਦੁੱਖ ਹੁੰਦਾ ਹੈ। ਅੰਦਰੋਂ ਪਹਿਲਾਂ ਹੀ ਮਾਤਾ ਜੀ ਦੇ ਪੁੱਤਰ ਦੇ ਵਿਯੋਗ ਦੇ ਵਿੱਚ ਦੁੱਖ ਸੀ, ਪਰਤ ਕਰਕੇ ਭਾਈ ਮਰਦਾਨਾ ਜੀ ਨੇ ਕਹਿ ਦਿੱਤਾ ਹੁਣ ਤਾਂ ਮੈਨੂੰ ਪਤਾ ਹੀ ਕੋਈ ਨਹੀਂ ਕਿੱਥੇ ਹੈ ਕਿੱਥੇ ਨਹੀਂ। ਉਹ ਦੁੱਖ ਹੋਰ ਜ਼ਿਆਦਾ ਵੱਧ ਗਿਆ। ਬੋਲ ਨ ਆਵ ਬਿਕਲ ਤਨ ਹੋਈ, ਹੁਣ ਬੜੇ ਹੀ ਵਿਆਕੁਲ ਹੋ ਗਏ ਨੇ ਮਾਤਾ ਜੀ, ਹੁਣ ਬੋਲ ਨਹੀਂ ਨਿਕਲਦਾ। ਜਨ ਸੁਤ ਬਿਰੋ ਮੈਂ ਪਰ ਕੈ ਸੋਈ, ਔਰ ਹਿਰਦੇ ਦੇ ਅੰਦਰ ਬਿਰਹਾ ਪੈਦਾ ਹੋਇਆ, ਆਪਣੇ ਪੁੱਤਰ ਦੇ ਵਿਯੋਗ ਦੇ ਵਿੱਚ ਅੰਦਰ ਬਿਰਹਾ ਪੈਦਾ ਹੋ ਗਿਆ। ਇਹ ਬਿਰਹਾ ਹੀ ਹਿਰਦੇ ਨੂੰ ਨਿਰਮਲ ਕਰਦਾ ਹੈ। ਦੋ ਤਰ੍ਹਾਂ ਦੀ ਅੱਗ ਹੁੰਦੀ ਹੈ, ਇੱਕ ਚਿੰਤਾ ਅਗਨ ਹੈ ਤੇ ਦੂਸਰੀ ਬਿਰਹਾ ਅਗਨ ਹੈ। ਚਿੰਤਾ ਅਗਨ ਦੇ ਵਿੱਚ तमाम दैवी गुण जल करके राख हो जाते ने, शुभ गुण छड़ करके सुआह हो जाते ने। ते बिरहा अगन दे अंदर तमाम अवगुण जल करके राख हो जाते ने। बिरही मनुख दे अंदर अवगुण कोई नहीं हुंदा, ਉਹਦੇ ਅੰਦਰੋਂ ਔਗੁਣ ਛੜ ਕਰਕੇ ਸਵਾਹ ਹੋ ਜਾਂਦੇ ਨੇ, ਹਿਰਦਾ ਸ਼ੁੱਧ ਹੋ ਜਾਂਦਾ, ਹਿਰਦਾ ਨਿਰਮਲ ਹੋ ਜਾਂਦਾ ਹੈ। ਇਸੇ ਹੀ ਬਿਰਹੇ ਨੂੰ ਬਾਬਾ ਫਰੀਦ ਜੀ ਨੇ ਸੁਲਤਾਨ ਕਿਹਾ ਹੈ, ਬਾਦਸ਼ਾਹ ਕਿਹਾ ਹੈ ਕਿ ਬਿਰਹਾ ਬਿਰਹਾ ਆਖੀਏ, ਬਿਰਹਾ ਤੂੰ ਸੁਲਤਾਨ, ਜਿਤ ਤਨ ਬਿਰਹੋ ਨਾ ਉਪਜੈ ਸੋ ਤਨ ਜਾਣ ਮਸਾਨ। ਜਿਸ ਹਿਰਦੇ ਵਿੱਚ ਬਿਰਹਾ ਪੈਦਾ ਨਹੀਂ ਨਾ ਹੋਇਆ, ਉਹ ਹਿਰਦਾ ਹੀ ਸ਼ਮਸ਼ਾਨ ਘਾਟ ਦੇ ਬਰਾਬਰ ਹੈ। ਸ਼ਮਸ਼ਾਨ ਘਾਟ ਦੇ ਵਿੱਚ ਮੁਰਦੇ ਜਲਾਏ ਜਾਂਦੇ ਨੇ, ਤੇ ਇਸ ਬਿਰਹੇ ਅਗਨ ਤੋਂ ਵਿਹੂਣੇ
ਮਨੁੱਖ ਉਸ ਚਿੰਤਾ ਅਗਲ ਦੇ ਵਿੱਚ ਜਲਦੇ ਨੇ। ਬਿਰਹਾ ਜੀਵਨ ਨੂੰ ਸ਼ੁੱਧ ਕਰ ਦਿੰਦਾ, ਨਿਰਮਲ ਕਰ ਦਿੰਦਾ ਹੈ। ਮਾਤਾ ਜੀ ਦੇ ਅੰਦਰ ਬਿਰਹਾ ਪੈਦਾ ਹੋਇਆ, ਅੰਦਰੋਂ ਇਸ ਬਿਰਹੇ ਨੇ ਮਾਤਾ ਜੀ ਦੇ ਹਿਰਦੇ ਨੂੰ ਹੋਰ ਨਿਰਮਲ ਕਰ ਦਿੱਤਾ ਹੈ। ਇੱਕ ਤੋਂ ਬਿਰਧ ਹੀਨ ਬਲ ਦੇਹੀ। ਹੁਣ ਮਾਤਾ ਜੀ ਇੱਕ ਤਾਂ ਬਿਰਧ ਅਵਸਥਾ ਦੇ ਵਿੱਚ ਨੇ, ਬਜ਼ੁਰਗੀ ਅਵਸਥਾ ਵਿੱਚ ਨੇ, ਤੇ ਦੂਸਰੇ ਜਦੋਂ ਬਜ਼ੁਰਗ ਹੋ ਜਾਵੇ ਤਨ ਦਾ ਬਲ ਵੀ ਸਾਥ ਦੇਣਾ ਛੱਡ ਦਿੰਦਾ ਹੈ। ਤਨ ਦੇ ਵਿੱਚੋਂ ਵੀ ਬਲ ਤਾਕਤ ਖਤਮ ਹੋ ਗਈ ਹੈ, ਸਰੀਰ ਕਮਜ਼ੋਰ ਹੋ ਗਿਆ ਹੈ। ਪੁੰਨ ਨਾ ਪਾਏ ਸੁਧ ਤਾਤ ਸਨੇਹੀ। ਪੁੰਨ ਨਾ ਪਾਏ ਸੁਧ ਤਾਤ ਸਨੇਹੀ। ਤਾਤ ਦਾ ਅਰਥ ਹੈ ਪੁੱਤਰ। ਐਸੀ ਅਵਸਥਾ ਦੇ ਵਿੱਚ ਵੀ ਸਤਿਕਾਰਯੋਗ ਮਾਤਾ ਤ੍ਰਿਪਤਾ ਜੀ ਨੂੰ ਆਪਣੇ ਪੁੱਤਰ ਦੀ ਖਬਰ ਕੋਈ ਨਹੀਂ ਮਿਲੀ। ਜਾਨਤ ਹੋਤੀ ਸੰਗ ਮਰਦਾਨਾ। ਭਾਈ ਮਰਦਾਨਾ ਜੀ ਦੇ ਨਾਲ ਮੈਂ ਆਪਣੇ ਲਖਤੇ ਜ਼ਿਕਰ ਗੁਰੂ ਨਾਨਕ ਦੇਵ ਜੀ ਨੂੰ ਦੇਖਿਆ। ਇਹ ਜਾਣਦੀ ਹੈ ਮਾਤਾ ਜੀ ਤਿਨ ਅਸ ਦੁਖ ਦਾ ਬਚਨ ਬਖਾਨਾ। ਕਿ ਉਸ ਭਾਈ ਮਰਦਾਨਾ ਜੀ ਨੇ ਦੁੱਖ ਦੇਣ ਵਾਲੇ ਬਚਨ ਮੈਨੂੰ ਕਹਿ ਦਿੱਤੇ ਹਨ। ਜਿਉ ਸੁਖ ਤੰਗ ਮਰਮ ਦੇ ਭੇਦਾ। ਔਰ ਉਸ ਸਮੇਂ ਮਾਤਾ ਜੀ ਕਹਿਣ ਲੱਗੇ ਇੰਜ ਜਾਪਦਾ ਹੈ ਜਿਵੇਂ ਤਿੱਖਾ ਅਣਿਆਲਾ ਤੀਰ ਮਾਰਿਆ ਹੋਵੇ। ਭਾਈ ਮਰਦਾਨਾ ਜੀ ਨੇ ਬੋਲ ਕਹਿ ਦਿੱਤੇ ਨਾ, ਅੰਦਰ ਮਾਨੋ ਹਿਰਦੇ ਨੂੰ ਬਿੰਨ ਕਰਕੇ ਰੱਖ ਗਏ ਨੇ, ਐਸਾ ਤੀਰ ਵੱਜਿਆ ਹੈ। ਇਹ ਜਿਹੜਾ ਸ਼ਬਦਾਂ ਦਾ ਤੀਰ ਵੱਜਦਾ ਨਾ, ਐਸਾ ਗਹਿਰਾ ਜ਼ਖਮ ਕਰ ਜਾਂਦਾ ਹੈ ਕਿ ਉਹ ਸਦੀਆਂ ਤੱਕ ਭਰਨ ਵਿੱਚ ਹੀ ਨਹੀਂ ਆਉਂਦਾ। ਸਰੀਰ ਤੇ ਜ਼ਖਮ ਹੋ ਜਾਵੇ ਥੋੜੇ ਸਮੇਂ ਬਾਅਦ ਭਰ ਜਾਂਦਾ ਹੈ। ਕੋਈ ਕੁਰਖਤ ਬੋਲ ਜਾਵੇ, ਕੌੜੇ ਬੋਲਾਂ ਦਾ ਤੀਰ ਮਾਰ ਜਾਵੇ, ਉਹ ਬੜਾ ਲੰਮਾ ਸਮਾਂ ਲੱਗਦਾ ਉਹਨੂੰ ਭਰਨ ਦੇ ਵਿੱਚ, ਉਹ ਜਲਦੀ ਭਰਦਾ ਕੋਈ ਨਹੀਂ। ਹੁਣ ਮਾਤਾ ਜੀ ਕਹਿਣ ਲੱਗੇ ਭਾਈ ਮਰਦਾਨਾ ਜੀ ਨੇ ਐਸਾ ਤੀਰ ਅੰਦਰ ਮਾਰਿਆ, ਅੰਦਰੋਂ ਹਿਰਦੇ ਨੂੰ ਜ਼ਖਮੀ ਕਰ ਦਿੱਤਾ ਹੈ। ਪਰੀ ਬਿਬਰਨ ਹੋਏ ਅਤ ਖੇਦਾ। ਅੰਦਰ ਬਹੁਤ ਜ਼ਿਆਦਾ ਦੁੱਖ ਪੈਦਾ ਹੋਇਆ। ਮਾਤਾ ਜੀ ਬਹੁਤ ਦੁਖੀ ਹੋਏ ਨੇ ਕਿ ਹਿਰਦੇ ਨੂੰ ਇਸ ਤੀਰ ਨੇ, ਇਹਨਾਂ ਬਚਨਾਂ ਨੇ ਬਿਨ ਕਰਕੇ ਰੱਖ ਦਿੱਤਾ। ਕਿਤਕ ਬਾਰ ਮੈਂ ਪੁਨ ਸੁਧ ਆਈ। ਕਿਤਕ ਬਾਰ ਮੈਂ ਪੁਨ ਸੁਧ ਆਈ। ਕਿੰਨੇ ਕੁ ਸਮੇਂ ਦੇ ਬਾਅਦ ਇਹ ਖਬਰ ਆਏਗੀ? ਕਦੋਂ ਪਤਾ ਲੱਗੇਗਾ ਕਿ ਮੇਰਾ ਨਾਨਕ ਆ ਗਿਆ ਹੈ? ਲੋਚਨ ਤੇ ਆ ਸੁਨ ਜਲ ਜਾਈ। ਆਪਣੇ ਪੁੱਤਰ ਦੇ ਪ੍ਰੇਮ ਦੇ ਵਿਛੋੜੇ ਦੇ ਵਿੱਚ ਨੇਤਰਾਂ ਦੇ ਵਿੱਚੋਂ ਹੰਝੂ ਕਿਰਨ ਲੱਗ ਪਏ ਨੇ। ਇਸ ਤਰ੍ਹਾਂ ਅੰਦਰ ਵਿਜੋਗ ਪੈਦਾ ਹੋਇਆ, ਪ੍ਰੇਮ ਦੇ ਹੰਝੂ ਕਿਰਦੇ ਨੇ ਕਿ ਮੇਰੇ ਲਖ ਤੇ ਜਿਗਰ ਦੇ ਟੋਟੇ ਦੇ ਦੀਦਾਰ ਹੋ ਜਾਣ। ਅੱਜ ਦਾ ਇਤਿਹਾਸ ਇੱਥੇ ਹੀ ਸਮਾਪਤ ਹੁੰਦਾ ਹੈ ਜੀ। ਕੱਲ ਸਮੇਂ ਸਿਰ ਆ ਕਰਕੇ ਅਗਲਾ ਇਤਿਹਾਸ ਸਰਵਣ ਕਰਨਾ ਕਿ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਆਪਣੇ ਕੁਟੁੰਬ ਨੂੰ, ਆਪਣੇ ਪਰਿਵਾਰ ਨੂੰ ਕਿਵੇਂ ਮਿਲਦੇ ਨੇ। ਮਾਤਾ ਤ੍ਰਿਪਤਾ ਜੀ, ਪਿਤਾ ਕਾਲੂ ਜੀ, ਉਹ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਕਿਵੇਂ ਮਿਲਦੇ ਨੇ, ਉਹ ਸਾਰਾ ਇਤਿਹਾਸ ਆਉਣ ਵਾਲੇ ਸਮੇਂ ਦੇ ਅੰਦਰ ਸਰਵਣ ਕਰਨਾ ਜੀ। ਅੱਜ ਦੇ ਇਤਿਹਾਸ ਨੂੰ ਪੜ੍ਹਦਿਆਂ ਵਿਚਾਰਦਿਆਂ ਤੋਂ ਦਾਸਾਂ ਪਾਸੋਂ ਹੋਈਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਨੂੰ ਖਿਮਾ ਕਰਨਾ। ਸਰਬੱਤ ਸੰਗਤਾਂ ਦਾ ਮਾਨ ਸਨਮਾਨ। हे अच्युत हे पार ब्रह्म अविनाशी अगनास। हे पूर्ण हे सर्व मैं दुख भंजन गुणतास। हे संगी हे निरंकार हे निर्गुण सब टेक। हे गोविंद हे गुण निधान जाकै सदा विवेक। हे अपरंपर हर हरे है पिहो वणहार। हे संता कै सदा संग निधारा आधार। हे ठाकुर हों दसरो मैं गुण नहीं कोय।
ਨਾਨਕ ਦੀਜੈ ਨਾਮ ਦਾਨ ਰੱਖੋ ਹੀਐ ਪਰੋਏ ਆਏ ਪ੍ਰਭ ਸਰਨਾਗਤੀ ਕਿਰਪਾ ਨਿਧ ਦਇਆਲ ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾਰ ਜੋ ਸ਼ਰਧਾ ਘਰ ਸੇਵ ਦੇ ਗੁਰ ਪਾਰ ਉਤਾਰਨ ਹਾਰ ਜੋ ਸ਼ਰਧਾ ਘਰ ਸੇਵ ਦੇ ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।